ਅੱਜ ਆਪਾਂ ਬਿਹਾਗੜੇ ਰਾਗ ਦੇ ਵਿੱਚ ਜਿਹੜੀ ਚੌਥੀ ਪਾਤਸ਼ਾਹੀ ਦੀ ਵਾਰ ਲੈ ਰਹੇ ਹਾਂ, ਉਹਦੀ ਚੌਥੀ ਪੌੜੀ ਲੈਣੀ ਆ ਆਪਾਂ ਨੇ। ਅੰਗ 549 549 ਸ਼ਲੋਕ ਮਹੱਲਾ ਤੀਜਾ। ਮਨੇ ਪ੍ਰਤੀਤ ਨਾ ਆਈਆ ਸਹਿਜ ਨਾ ਲਗੋ ਭਾਉ। ਕਹਿੰਦੇ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ ਕਿ ਜਿਹੜਾ ਇਨਸਾਨ ਜਿਹੜਾ ਹੈਗਾ ਭਗਤੀ ਕਰ ਰਿਹਾ ਹੈ, ਮਤਲਬ ਆਪਣੇ ਆਪ ਨੂੰ ਧਾਰਮਿਕ ਸਮਝ ਰਿਹਾ, ਧਰਮ ਦੇ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਆਪਣੇ ਵੱਲੋਂ ਕਰ ਰਿਹਾ ਹੈ, ਪਰ ਕਹਿੰਦੇ ਉਹਦੇ ਮਨ ਦੇ ਵਿੱਚ ਜਿਹੜਾ ਹੈਗਾ ਇਹ ਆਤਮਾ ਪਰਮਾਤਮਾ, ਇਹਦਾ ਵਿਸ਼ਵਾਸ ਇਹਦੇ ਨਾਲ ਇਹਦੀ ਪ੍ਰਤੀਤਤਾ ਆਈ ਨਹੀਂ ਉਹਦੇ ਅੰਦਰ। ਮਨ ਪ੍ਰਤੀਤ ਨਾ ਆਈ ਆ, ਮਨ ਜਿਹੜਾ ਹੈਗਾ ਮੰਨਿਆ ਨਹੀਂ ਉਹ ਪੂਰੀ ਤਰ੍ਹਾਂ। ਸਹਿਜੇ ਨਾ ਲਗੋ ਭਾਓ, ਔਰ ਸਹਿਜ ਦੇ ਨਾਲ ਜਿਹੜਾ ਹੈਗਾ ਉਹਦਾ ਪਿਆਰ ਹੀ ਨਹੀਂ ਪਿਆ ਸਹਿਜ ਅਵਸਥਾ ਦੇ ਨਾਲ। ਵਿਚਾਰ ਜਿਹੜੇ ਹੈਗੇ ਆਪਣੇ, ਇਹ ਮਾਇਆ ਦੇ ਜਿਹੜੀਆਂ ਲਹਿਰਾਂ ਹੈਗੀਆਂ, ਇਹਨਾਂ ਨੂੰ ਜਿਹੜਾ ਹੈਗਾ ਸੰਕੋਚਣ ਦਾ ਜਿਹੜਾ ਹੈਗਾ ਉਹਦੇ ਅੰਦਰ ਕੋਈ ਇਹਨਾਂ ਦੇ ਵੱਲ ਕੋਈ ਜਿਹੜਾ ਹੈਗਾ ਉਹਦੇ ਅੰਦਰੋਂ ਜਿਹੜੀ ਖਿੱਚੀ ਨਹੀਂ ਪੈਦਾ ਹੋਈ ਇਸ ਕੰਮ ਦੇ ਵਾਸਤੇ। ਭਾਵ ਦਾ ਮਤਲਬ ਪਿਆਰ, ਭਰੋਸਾ। ਸ਼ਬਦ ਸਾਧਨਾ ਪਾਇਓ ਮਨ ਹਟ ਕਿਆ ਗੁਣ ਗਾਏ। ਕਹਿੰਦੇ ਖਾਲੀ ਦੇਖਾ ਦੇਖੀ ਔਰ ਮਨ ਦੀ ਹੱਠ ਦੇ ਨਾਲ ਜਿਹੜਾ ਹੈਗਾ ਵੀ ਮੈਂ ਇੰਨਾ ਪਾਠ ਕਰਨਾ ਹੈ, ਇੰਨਾ ਹੀ ਮੈਂ ਕੀਰਤਨ ਸੁਣਨਾ ਹੈ, ਇੰਨਾ ਮੈਂ ਜਿਹੜਾ ਹੈਗਾ ਇੱਥੇ ਜਾਣਾ, ਇੱਥੇ ਨਹਾਉਣਾ, ਇੱਥੇ ਆ ਕਰਨਾ, ਸਾਰਾ ਮਨ ਹੱਠ ਦੇ ਨਾਲ ਜਿਹੜਾ ਹੈਗਾ ਇਹ ਭਗਤੀ ਕਦ ਤੱਕ ਮਨ ਹੱਠ ਦੇ ਨਾਲ ਕਰੇਗਾ ਤੇ ਸਵਾਦ ਤਾਂ ਆਊਗਾ ਹੀ ਨਹੀਂ, ਸ਼ਬਦ ਦਾ ਸਵਾਦ ਨਹੀਂ ਆਊਗਾ, ਅੰਮ੍ਰਿਤ ਦਾ ਰਸ ਨਹੀਂ ਆਊਗਾ, ਮਨ ਦੇ ਵਿੱਚ ਪ੍ਰਤੀਤ ਨਹੀਂ ਆਈ ਮਾਲਕ ਦੇ ਉੱਤੇ ਔਰ ਇਹ ਭਗਤੀ ਦੇ ਉੱਤੇ, ਇਹ ਧਿਆਨ ਸਿਮਰਨ ਦੇ ਉੱਤੇ, ਔਰ ਪ੍ਰੋਗਰੈਸ ਆਈ ਨਹੀਂ। ਸਹਿਜ ਅਵਸਥਾ ਜਿਹੜੀ ਹੈਗੀ ਆ, ਸਹਿਜ ਨਾ ਲਗੋ ਪਾਓ, ਇਹਦੇ ਨਾਲ ਕੋਈ ਪਿਆਰ ਹੀ ਨਹੀਂ ਲੱਗਿਆ ਪਿਆ। ਇਹ ਲਹਿਰਾਂ ਬੰਦ ਕਰਨ ਦੇ ਨਾਲ ਤੇ ਕਹਿੰਦੇ ਮਨ ਹਟ ਕਰਕੇ ਕਾਹਦੀ ਭਗਤੀ ਕਰ ਰਹੇ ਆ ਭਾਈ, ਕੀ ਗੁਣ ਗਾ ਰਹੇ ਆ ਦੱਸ। ਇਹਦੇ ਨਾਲ ਸਵਾਦ ਨਹੀਂ ਆਏਗਾ ਭਾਈ, ਸ਼ਬਦ ਦਾ ਸਵਾਦ ਨਹੀਂ ਆਏਗਾ, ਅੰਮ੍ਰਿਤ ਰਸ ਨਹੀਂ ਆਏਗਾ, ਤੇਰੇ ਅੰਦਰ ਜਿਹੜੀ ਖਿੱਚ ਨਹੀਂ ਬਣੇਗੀ। ਨਾਨਕ ਆਇਆ ਸੋ ਪ੍ਰਮਾਣ ਹੈ ਜੇ ਗੁਰਮੁਖੇ ਸੱਚੇ ਸਮਾਏ। ਕਹਿੰਦੇ ਆਇਆ ਉਹ ਪ੍ਰਮਾਣ ਆ ਭਾਈ ਮਨੁੱਖੀ ਜੂਨ ਦੇ ਵਿੱਚ, ਜਿਹਨੇ ਗੁਰੂ ਤੋਂ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨਾਲ, ਜਿਹਨੇ ਗੁਰੂ ਦੀ ਮੱਤ ਲੈ ਕੇ ਮਾਲਕ ਪਰਮਾਤਮਾ ਦੇ ਨਾਲ ਧਿਆਨ ਸਿਮਰਨ ਦੇ ਨਾਲ ਭਗਤੀ ਦੇ ਨਾਲ ਪਿਆਰ ਪਾ ਲਿਆ, ਉਹਨੂੰ ਵਿਸ਼ਵਾਸ ਆ ਗਿਆ, ਪ੍ਰਤੀਤ ਆ ਗਈ, ਤੇ ਉਹ ਸੱਚ ਦੇ ਵਿੱਚ ਸਮਾ ਜਾਏਗਾ, ਸੱਚ ਦਾ ਹੀ ਰੂਪ ਹੋ ਜਾਏਗਾ। ਉਹਦੀ ਸਾਰੀ ਦੀ ਸਾਰੀ ਕਾਲਕ ਜਿਹੜੀ ਹੈਗੀ, ਅਵਗੁਣ ਜਿਹੜੇ ਹੈਗੇ ਦੂਰ ਹੋ ਜਾਣਗੇ। ਹਾਂਜੀ ਵੀਰ ਜੀ। गोरखी जी ਆਉਂਦਾ ਦਾ ਫੋਨ ਆ ਗਿਆ ਨਾ। अच्छा हाँ जी वीर जी। हाँ जी सॉरी नहीं कोई नहीं, ਉਹ ਫੋਨ ਆ ਗਿਆ ਸੀ, ਉਹ ਸਟਾਫ ਥੋੜਾ ਲੇਟ ਹੋ ਜਾਂਦੇ ਨਾ ਤੇ ਉਹ ਫਿਰ ਘਰੋਂ ਫੋਨ ਆਇਆ। हाँ जी हाँ जी। ਦੇਖੋ ਇੱਕ ਚੀਜ਼ ਨੂੰ ਆਪ ਸਾਧ ਸੰਗਤ ਜੀ, ਇੱਕ ਚੀਜ਼ ਨੂੰ ਆਪ ਪਲੀਜ਼ ਧਿਆਨ ਨਾਲ ਸੁਣੋ। ਇਹ ਸੰਸਾਰ ਚ ਆਪਾਂ ਆਏ ਖਾਲੀ ਹੱਥ ਆਏ, ਫਿਰ ਸੰਸਾਰ ਨੇ ਸਾਨੂੰ ਦਿੱਤਾ, ਬਹੁਤ ਕੁਝ ਪ੍ਰਾਪਤ ਕੀਤਾ, ਆਖਰ ਤੇ ਸਾਰਾ ਵਾਪਸ ਲੈ ਲੈਣਾ ਤੁਹਾਡੇ ਤੋਂ। ਤੁਸੀਂ ਖਾਲੀ ਹੱਥ ਜਾਣਾ। ਇਹ ਸੰਸਾਰ ਦਾ ਸੀ, ਸਾਡਾ ਕੁਛ ਵੀ ਨਹੀਂ ਹੈਗਾ, ਅਸੀਂ ਇਕੱਠਾ ਕਰ ਲਿਆ। ਅਸੀਂ ਜੇਕਰ ਜੀਵਨ ਚ ਟਾਰਗੇਟ ਉਹ ਬਣਾਇਆ ਇਹ ਇਕੱਠਾ ਹੀ ਕਰਨਾ ਹੈ ਤੇ ਉਹੀ ਇਕੱਠਿਆ ਕਰਦੇ, ਜ਼ਿੰਦਗੀ ਲੰਘ ਜਾਣੀ ਹੈ ਨਿੱਜਰ ਸਾਹਿਬ। ਔਰ ਜਿਹੜਾ ਹੈਗਾ ਉਹਦਾ ਫਿਰ ਜਿਹੜਾ ਹੈਗਾ
ਮਾਇਆ ਨੇ ਜਿਹੜਾ ਸੰਸਾਰ ਨੇ ਜਿਹੜਾ ਹੈ ਆਪਣੇ ਕੋਲੋਂ ਲੈ ਕੇ ਦੂਜੇ ਨੂੰ ਦੇ ਦੇਣਾ ਹੈ। ਗੱਲ ਤਾਂ ਕੁਝ ਵੀ ਨਹੀਂ ਹੋਣੀ। ਉਹ ਜਿਹੜੇ ਜੀਵ ਆ ਸਾਡੇ ਜੋ ਪੈਦਾ ਹੁੰਦੇ ਅਸਲ 'ਚ ਹੈ ਹੀ ਨਹੀਂ ਉਹ ਸਾਡੇ, ਉਹਦੇ ਪ੍ਰਕਿਰਤੀ ਦੇ। ਬਿਲਕੁਲ ਸਹੀ ਗੱਲ ਹੈ। ਆਪਾਂ ਕਿੱਥੋਂ ਬੱਚਾ ਬਣਾ ਸਕਦੇ ਆ? ਅਸੀਂ ਕੋਈ ਮਸ਼ੀਨ ਥੋੜੀ ਹੈਗੀ ਆ, ਕੋਈ ਫੈਕਟਰੀ। ਉਹ ਇੱਕ ਜਸਟ ਉਹ ਕੁਦਰਤ ਨੇ ਇੱਕ ਐਸੀ ਗੇਮ ਘੁਮਾਈ ਆ। ਮੈਂ ਹੁਣੇ ਬੈਠਾ ਅੱਜ ਮੈਂ ਗੱਡੀ 'ਚ ਵਿਚਾਰ ਕਰਨੇ ਆ ਕਿ ਕਿੱਡੀ ਬਰੀਕੀ ਨਾਲ ਹਿਊਮਨ ਬੋਡੀ ਬਣੀ ਆ, ਵਿੱਚ ਬ੍ਰੇਨ ਬਣਿਆ, ਦਿਲ ਬਣਿਆ, ਕਿੱਦਾਂ ਕਿਡਨੀਆਂ, ਲੀਵਰ, ਪੈਨਕ੍ਰੀਅਸ, ਪਤਾ ਨਹੀਂ ਦੁਨੀਆ ਭਰ ਦੀ ਮਸ਼ੀਨ ਅੰਦਰ। ਜਦੋਂ ਲੀਵਰ ਖਰਾਬ ਹੋ ਜਾਂਦਾ ਫਿਰ ਪਤਾ ਨਹੀਂ ਕਿਹੜੀ ਮਸ਼ੀਨ 'ਚ ਪਾ ਕੇ ਖੂਨ ਸਾਫ਼ ਕਰਨਾ ਪੈਂਦਾ। ਇੰਨਾ ਕੁਝ ਹੈਗਾ, ਪਰ ਸਾਇੰਸ ਨਹੀਂ ਸੋਚਦੀ ਕਿ ਇਹ ਰੱਬ ਨੇ ਬਣਾਇਆ। ਆਪ ਜਸਟ ਸੋਚੋ ਕਿੱਡੀ ਵੱਡੀ, ਕਿੱਡਾ ਪਾਵਰਫੁਲ ਮਾਇਆ ਹੈ, ਕਿੱਡੀ ਵੱਡੀ ਬੰਦੇ ਦੀ ਮਸ਼ੀਨ ਅੰਦਰ ਫਿੱਟ ਕੀਤੀ ਹੈ। ਹਰ ਚੀਜ਼ ਬੜੀ ਪ੍ਰਸਾਈਜ਼ਲੀ ਕਲੀਅਰ ਆ। ਇਹ ਕੋਈ ਮਤਲਬ ਇਹ ਡਾਊਟ ਨਹੀਂ ਹੈਗਾ। ਕੇਵਲ ਬ੍ਰਹਮ ਗਿਆਨੀ ਕਹਿੰਦੇ ਨੇ ਕਿ ਮਾਇਆ ਹੈ, ਸੰਸਾਰ ਹੈ, ਇੱਥੇ ਜੀਵ ਫਸਿਆ ਹੋਇਆ ਹੈ। ਪਰ ਸਾਇੰਟਿਸਟ ਕਹਿੰਦੇ ਨਹੀਂ, ਇਹ ਸਭ ਕੁਛ ਆਪਣੇ ਆਪ ਹੀ ਬਿਗ ਬੈਂਗ ਦੇ ਨਾਲ ਪੈਦਾ ਹੋ ਗਿਆ। ਅੰਦਾਜ਼ੇ ਲਾਈ ਜਾਂਦੇ, ਪਰ ਅਜੇ ਤੱਕ ਇਹ ਪੈਦਾ ਕਿੱਦਾਂ ਹੋਇਆ ਕਿਹਨੂੰ ਪਤਾ। ਆਪ ਜਸਟ ਸੋਚ, ਇਹ ਕਿਉਂ ਤੁਹਾਡੇ ਨਾਲ ਵਿਚਾਰ ਕਰ ਰਹੇ ਹਾਂ? ਕਿਉਂਕਿ ਇਹੋ ਗੱਲਾਂ ਨੇ ਤੁਹਾਡੇ ਮਨ ਨੂੰ ਮੋੜਨਾ ਕਿੱਥੋਂ ਹੈ? ਭੋਗਾਂ ਤੋਂ। ਕਛੂ ਕੁਮੇ ਵਾਲੀ ਅਵਸਥਾ ਪ੍ਰਾਪਤ ਹੋਣੀ ਜ਼ਰੂਰੀ ਹੈ। ਭਗਤੀ ਕੀਤੀ, ਫਿਰ ਕਛੂ ਕੁਮੇ ਵਾਲੀ ਅਵਸਥਾ ਤੁਹਾਡੇ ਅੰਦਰ ਬਣੇਗੀ। ਤੁਸੀਂ ਵੇਖੋਗੇ ਜਿੱਦਾਂ ਕਛੂ ਕੁਮਾ ਖਤਰਾ ਵੇਂਦਾ ਨਿੱਜਰ ਸਾਹਿਬ, ਉਹ ਕੀ ਕਰਦਾ ਹੈ? ਆਪਣੀਆਂ ਇੰਦਰੀਆਂ ਨੂੰ ਆਪਣੇ ਅੰਦਰ ਸਮੇਟ ਲੈਂਦਾ। ਫਿਰ ਖਤਰਾ ਚੱਲ ਜਾਂਦਾ ਹੈ, ਉਹ ਫਿਰ ਆਪਣੇ ਰਸਤੇ ਤੇ ਤੁਰ ਪੈਂਦਾ। ਸੰਸਾਰੀ ਬੰਦਾ ਜਿਹੜਾ ਹੈ ਉਹ ਇੰਦਰੀਆਂ ਬਾਹਰ ਹੀ ਕੱਢ ਕੇ ਰੱਖਦਾ ਹੈ। ਨਿੱਜਰ ਸਾਹਿਬ ਉਹ ਨਹੀਂ ਅੰਦਰ ਖਿੱਚਦਾ, ਉਹ ਤੇ ਕਹਿੰਦਾ ਚੰਗਾ ਸਗੋਂ ਉਹ ਭੋਗ ਆ ਗਏ ਨੇ, ਇਹਨੂੰ ਇੰਜੋਏ ਕਰੀਏ। ਪਰ ਜਿਹੜਾ ਬ੍ਰਹਮ ਗਿਆਨੀ ਹੈ ਉਹ ਕੀ ਕਰਦਾ ਹੈ? ਉਹ ਇੰਦਰੀਆਂ ਨੂੰ ਵਾਪਸ ਖਿੱਚ ਲੈਂਦਾ, ਆਪਣੇ ਅੰਦਰ ਲੈ ਆਉਂਦਾ। ਇੰਦਰੀਆਂ ਨੂੰ ਖਿੱਚਣ ਤੋਂ ਭਾਵ ਆਪਣੇ ਧਿਆਨ ਨੂੰ ਆਪਣੇ ਅੰਦਰ ਇਕਾਗਰ ਕਰ ਲੈਂਦਾ। ਹੁਣ ਸ਼ੁਰੂ 'ਚ ਤੁਹਾਡੇ ਨਾਲ ਜਦੋਂ ਆਪਾਂ ਵਿਚਾਰ ਕਰਦੇ ਹਾਂ, ਆਵਾਜ਼ ਕਲੀਅਰ ਹੈ। ਕੱਲ ਆਵਾਜ਼ ਥੋੜੀ ਜਿਹੀ ਠੀਕ ਨਹੀਂ ਸੀ। ਜਦੋਂ ਆਵਾਜ਼ ਠੀਕ ਨਾ ਹੋਵੇ ਤੇ ਫਿਰ ਮੇਰੇ ਕੋਲ ਕਥਾ ਵੀ ਨਹੀਂ ਹੁੰਦੀ, ਬਹੁਤ ਮੁਸ਼ਕਲ। ਉਹ ਇਹ ਹੈ ਕਿ ਇੱਕ ਸੈਕਿੰਡ 'ਚ ਸਭ ਉਹ ਵੱਖਰੀ ਗੱਲ ਹੈ ਕਿ ਉਹ ਕਰ ਲਈਦੀ ਹੈ, ਬਟ ਉਹ ਆਨੰਦ ਨਹੀਂ ਆਉਂਦਾ। ਨਹੀਂ, ਉਹ ਗੁਰਕੀ ਸਾਹਿਬ ਕੰਸੈਂਟਰੇਸ਼ਨ ਨਹੀਂ ਬਣਦੀ। ਹਾਂ, ਮਜ਼ਾ ਜਿਹਾ ਨਹੀਂ ਆਉਂਦਾ। ਉਹ ਐਵੇਂ ਕਹਿ ਦਈਏ ਕਿ ਉਹਦੀ ਅਵਸਥਾ ਨਹੀਂ ਸਾਡੇ ਅੰਦਰ ਹੈਗੀ। ਕਿਉਂਕਿ ਮੈਂ ਜੋ ਕਹਿਣਾ ਚਾਹੁੰਦਾ, ਜੋ ਸੁਣਨਾ ਚਾਹੁੰਦਾ, ਉਹ ਗੱਲਬਾਤ ਬਣਦੀ ਨਹੀਂ। ਟੂ ਵੇ ਕਮਿਊਨੀਕੇਸ਼ਨ ਹੁੰਦਾ ਨਾ। ਜਿੱਦੇ ਆਪਾਂ ਗੱਲ ਕਰਦੇ, ਮੈਂ ਨਿੱਜਰ ਸਾਹਿਬ ਨਾਲ ਗੱਲ ਕਰਦਾ, ਨਿੱਜਰ ਸਾਹਿਬ ਮੇਰੇ ਨਾਲ ਗੱਲ ਕਰਦੇ, ਤੁਸੀਂ ਤੇ ਸਾਡੀਆਂ ਦੋਨੋਂ ਗੱਲਾਂ ਦਾ ਇੰਜੋਏ ਲੈ ਵਿੱਚ ਬੈਠੇ। ਤੁਸੀਂ ਦੋਨਾਂ ਜੋ ਆਨੰਦ ਤੁਹਾਨੂੰ ਮਿਲਦਾ ਸਾਨੂੰ ਦੋਵਾਂ ਨੂੰ ਨਹੀਂ ਮਿਲਦਾ, ਕਿਉਂਕਿ ਸਾਡਾ ਧਿਆਨ ਕਿਸੇ ਹੋਰ ਲੈਵਲ ਤੇ ਹੁੰਦਾ। ਤੁਸੀਂ ਰਿਸੀਵਰ ਜੋ, ਤੁਸੀਂ ਆਲ ਦੀ ਇਨਫੋਰਮੇਸ਼ਨ ਤੁਹਾਡੇ ਅੰਦਰ ਜਾ ਰਹੀ, ਔਰ ਜਿੱਥੇ ਵੀ ਕੋਈ ਗੜਬੜ ਹੈ ਉਹਨੂੰ ਫਿਕਸ ਕਰ ਰਹੀ ਹੋ। ਇਨਫੋਰਮੇਸ਼ਨ ਕੋਈ ਨਾਰਮਲ ਇਨਫੋਰਮੇਸ਼ਨ ਨਹੀਂ ਹੈ, ਬ੍ਰਹਮ ਵਿਦਿਆ ਹੈ। ਇਹ ਬ੍ਰਹਮ ਵਿਦਿਆ ਜਦੋਂ ਵੀ ਕੋਈ ਬੰਦਾ ਸੁਣਦਾ ਹੈ ਤੇ ਉਹਦੇ ਅੰਦਰ ਟਰਾਂਸਫੋਰਮੇਸ਼ਨ ਹੋ ਜਾਂਦੀ। ਟਰਾਂਸਫੋਰਮੇਸ਼ਨ ਹੋ ਜਾਂਦੀ, ਜਿੱਦਾਂ ਹੀਰੇ ਨੂੰ ਕੱਟ ਕਰਕੇ ਆਪਾਂ ਉਹਦੇ 'ਚ ਚਮਕ ਪੈਦਾ ਕਰ ਦਿੰਦੇ ਹਾਂ, ਉਹਦੇ 'ਚ ਗੁਣ ਐਡ ਕਰ ਸਕਦੇ ਹਾਂ, ਉਹਦੀ ਵੈਲਿਊ ਵਧਾ ਸਕਦੇ ਹਾਂ। ਉਸੇ ਤਰ੍ਹਾਂ ਕਥਾ ਸੁਣ ਕੇ ਬਾਣੀ 'ਚ ਵੀ ਕਿਹਾ, ਸੁਣੇ ਮੂੜ ਚਤੁਰਤਾ ਆਵੇ। ਸੁਣੇ ਮੂੜ ਚਿੱਤ ਲਾਏ ਲਾ ਕੇ, ਹਾਂ ਚਤੁਰਤਾ ਆਉਂਦੀ ਹੈ। ਹੁਣ ਇੱਥੇ ਚਿੱਤ ਜਿਹੜਾ ਹੈ, ਚਿੱਤ ਦਾ ਇਕਾਗਰ ਹੋਣਾ ਬੜਾ ਜ਼ਰੂਰੀ। ਬਿਲਕੁਲ ਉਹੀ ਮੈਂ ਕਹਿ ਰਿਹਾ ਸੀ। ਚਿੱਤ ਨਹੀਂ ਲਾਇਆ ਤੇ ਫਿਰ ਜਿੰਨਾ ਮਰਜ਼ੀ ਸੁਣੀ ਜਾਏ। ਫਿਰ ਤਾਂ ਬਾਲਟੀ 'ਚ ਛੇਕ ਹੈਗਾ, ਉੱਤੇ ਰੋੜੀ ਜਾਣਾ ਪਾਣੀ। ਉਹ ਛੇਕਾਂ ਦੇ ਰਾਹੀਂ ਪਾਣੀ ਬਾਹਰ ਵਿੱਚ ਸਟੋਰ ਨਹੀਂ ਹੋਣਾ। ਪਾਣੀ ਕਹਿੰਦੀ ਧਿਆਨ ਨੂੰ ਇਕਾਗਰ ਕਰ, ਧਿਆਨ ਇਕਾਗਰ ਕਰ, ਸ਼ੁਰੂਆਤ ਕਰ। ਜਿੱਦਾਂ ਤੁਹਾਨੂੰ ਦੱਸਿਆ ਜਾਂਦਾ ਕਿ ਅਗਲਾ ਬਿੰਦੂ ਬਣਾਓ ਦੋਨੋਂ ਭਰੋਟਿਆਂ ਦੇ ਵਿਚਕਾਰ। ਉਸ ਤੋਂ ਬਾਅਦ ਫਿਰ ਉਹ ਜਿਹੜੇ ਬਿੰਦੂ ਨਾ, ਉਹ ਫਿਰ ਇੱਕ ਸਮਾਂ ਆਉਣਾ ਹੈ। ਹੁਣ ਤੁਸੀਂ ਥੋੜੇ ਵੱਡੇ ਵਿਦਿਆਰਥੀ ਬਣ ਗਏ, ਪਹਿਲਾਂ ਸਟੂਡੈਂਟ ਬੱਚੇ ਸੀ। ਬੱਚਿਆਂ ਦੇ ਜਿਹੜੀ ਸਟੱਡੀ ਦੇ ਟੂਲ ਹੁੰਦੇ ਨੇ ਥੋੜੇ ਛੋਟੇ ਹੁੰਦੇ ਨੇ, ਸਿੰਪਲ ਹੁੰਦੇ ਨੇ। ਐਪਲ ਦੀ ਜਗ੍ਹਾ ਛੋਟਾ ਜਿਹਾ ਐਪਲ ਬਣਾ ਕੇ ਫੜਾ ਦਿੰਦੇ ਨੇ, ਬਨਾਨਾ ਦਿਖਾ ਦਿੰਦੇ ਨੇ, ਔਰੰਜ ਦੇ ਦਿੰਦੇ ਨੇ, ਰੈੱਡ ਬਲੂ ਕਲਰ ਦੀਆਂ ਫੋਟੋਆਂ ਦਿੰਦੇ ਨੇ, ਵੱਡੇ ਵੱਡੇ ਰੰਗ, ਕਿਉਂਕਿ ਉਹ ਈਜ਼ੀ ਆਈਡੈਂਟੀਫਾਈ। ਜਦੋਂ ਬੱਚਾ ਵੱਡਾ ਹੋਈ ਜਾਂਦਾ ਫੋਟੋਆਂ ਛੋਟੀਆਂ, ਇੱਕ ਸਮਾਂ ਆਊਗਾ ਕਿਤਾਬ 'ਚ ਫੋਟੋਆਂ ਬਿਲਕੁਲ ਗੁੰਮ। ਬੱਚੇ ਵੱਡੇ ਹੋ ਗਏ ਨੇ, ਗਿਆਨ ਹੋ ਗਿਆ, ਐਪਲ ਦਾ ਕੀ ਮਤਲਬ ਹੈ, ਬਲੈਕ ਕਲਰ ਦਾ ਕੀ ਮਤਲਬ, ਔਰੰਜ ਕਲਰ ਦਾ ਕੀ ਮਤਲਬ, ਉਹਨੂੰ ਪਤਾ ਲੱਗ ਗਿਆ। ਹੁਣ ਉਹਨੂੰ ਫੋਟੋ ਦੀ ਲੋੜ ਨਹੀਂ। ਹੁਣ ਇੱਥੇ ਚੀਜ਼ ਨੂੰ ਆਪ ਸਮਝੋ
ਜਦੋਂ ਧਿਆਨ ਤੁਸੀਂ ਅੱਗੇ ਇਕਾਗਰ ਕੀਤਾ, ਇੱਕ ਚੇਤਨਾ ਦੇ ਰੂਪ 'ਚ ਤੁਸੀਂ ਬੈਠੇ ਜੋ ਪਿੱਛੇ। ਹੁਣ ਚੇਤਨਾ ਜਿਹੜੀ ਹੈ ਨਾ, ਦੇਖੋ ਚੇਤਨਾ ਹੀ ਤੇ ਜਾਣਨ ਵਾਲੀ ਹੈ। ਉਸੇ ਆਤਮਾ ਦੀ ਚੇਤਨਾ ਦੇ ਰਾਹੀਂ ਤੇ ਆਪਾਂ ਜਾਣਦੇ ਹਾਂ। ਤੁਹਾਨੂੰ ਜਿੰਨਾ ਵੀ ਗਿਆਨ ਪ੍ਰਾਪਤ ਹੁੰਦਾ ਹੈ, ਆਤਮਾ ਸਾਖੀ ਹੈ, ਉਹਦੇ ਥਰੂ ਸਾਰਾ ਪ੍ਰੋਸੈਸ ਹੁੰਦਾ ਹੈ। ਤੁਸੀਂ ਕਿਸੇ ਭੋਗ ਨੂੰ ਵੀ ਭੋਗਦੇ ਜੋ, ਇਸੇ ਕਰਕੇ ਆਤਮਾ ਨੂੰ ਪਤਾ ਹੈ। ਤੁਸੀਂ ਦੁਨੀਆ ਤੋਂ ਹਰ ਚੀਜ਼ ਤੋਂ ਲੁਕਾ ਸਕਦੇ ਜੋ, ਪਰ ਤੁਸੀਂ ਆਪਣੀ ਆਤਮਾ ਤੋਂ ਕੋਈ ਵੀ ਆਪਣਾ ਫੰਕਸ਼ਨ ਨਹੀਂ ਲੁਕਾ ਸਕਦੇ। ਤੁਹਾਡੇ ਵਿਚਾਰ ਵੀ ਆਤਮਾ ਨੂੰ ਪਤਾ ਹੈ, ਕਿਉਂਕਿ ਉਹ ਵਿਚਾਰ ਦਾ ਚਿੰਤਨ ਵੀ ਆਤਮਾ ਦੇ ਥਰੂ ਹੋ ਰਿਹਾ। ਇਹ ਬਹੁਤ ਗੱਲ ਡੀਪ ਹੈਗੀ ਹੈ। ਇਹ ਕੋਈ ਏਦਾਂ ਦਾ ਕਰਮ ਨਹੀਂ ਹੈ ਕਿ ਆਪਾਂ ਘਰਦਿਆਂ ਤੋਂ ਲੁਕਾ ਕੇ ਕਰ ਦਿੱਤਾ ਹੈ, ਕਿਸੇ ਨੂੰ ਪਤਾ ਨਹੀਂ ਲੱਗਿਆ। ਆਤਮਾ ਤੋਂ ਕੋਈ ਚੀਜ਼ ਤੁਹਾਡੀ ਲੁਕਦੀ ਨਹੀਂ। ਤੁਸੀਂ ਗੁਰਦੁਆਰੇ ਗਏ, ਤੁਸੀਂ ਮੰਦਿਰ 'ਚ ਗਏ, ਉੱਥੇ ਜਾ ਕੇ ਕੀ ਕੀਤਾ, ਤੁਹਾਡੀ ਆਤਮਾ ਨੂੰ ਪਤਾ ਹੈ। ਤੁਹਾਡੇ ਨਾਲ ਜਿਹੜਾ ਗਿਆ ਨਾ, ਤੁਹਾਡਾ ਪਤੀ ਜਾਂ ਪਤਨੀ, ਉਹਨੂੰ ਵਿਚਾਰੇ ਨੂੰ ਨਹੀਂ ਪਤਾ, ਪਰ ਤੁਹਾਡੀ ਆਤਮਾ ਨੂੰ ਪਤਾ ਹੈ ਤੁਹਾਡੀ ਬਿਰਤੀ ਕੀ ਹੈ। ਆਪ ਪਲੀਜ਼ ਅੰਡਰਸਟੈਂਡ ਕਰੋ ਕਿਸ ਟੌਪਿਕ ਤੇ ਗੱਲ ਕਰ ਰਹੇ ਹਾਂ। ਵੈਰੀ ਵੈਰੀ ਡੀਪ ਟੌਪਿਕ। ਤੁਹਾਡੀ ਚੇਤਨਾ ਨੂੰ ਹਰ ਚੀਜ਼ ਦਾ ਗਿਆਨ ਹੈ। ਉਹ ਸਰਵ ਵਿਆਪਕ ਪਾਵਰਫੁਲ ਚੀਜ਼ ਹੈ। ਉਹ ਸਾਖੀ ਹੈ। ਤੁਹਾਨੂੰ ਐਡਵਾਈਜ਼ ਨਹੀਂ ਕਰਦਾ। ਉਹ ਤੁਹਾਨੂੰ ਨਾ ਐਡਵਾਈਜ਼ ਕਰਦਾ, ਨਾ ਤੁਹਾਨੂੰ ਡਿਸਐਡਵਾਈਜ਼ ਕਰਦਾ ਹੈ। ਉਹ ਤੁਹਾਨੂੰ ਆਪਸ਼ਨ ਦਿੰਦਾ ਹੈ। ਨਿੱਜਰ ਸਾਹਿਬ, ਆਪਸ਼ਨ ਏ ਤੇ ਆਪਸ਼ਨ ਬੀ, ਉਹ ਚ ਚੁਆਇਸ ਸਾਡੀ ਹੈ। ਜਾਂ ਤੇ ਏ ਤੇ ਬੀ ਨੂੰ ਚੂਜ਼ ਕਰ ਲਓ, ਨਹੀਂ ਤੇ ਦੋਵਾਂ ਨੂੰ ਹੀ ਛੱਡ ਦਿਓ। ਇਹ ਸਾਡੀ ਮਰਜ਼ੀ। ਹੁਣ ਇੱਥੇ ਦੇਖੋ ਬਾਣੀ ਚ ਕੀ ਸਮਝਾ ਰਹੇ ਨੇ। ਨਿੱਜਰ ਸਾਹਿਬ ਤੋਂ ਬੋਲੋ ਆਪ। ਮਨੇ ਪ੍ਰਤੀਤ ਨਾ ਆਇਆ, ਸਹਿਜ ਨਾ ਲੱਗੋ ਭਾਓ। ਕਹਿੰਦੇ ਮਨ ਦੇ ਵਿੱਚ ਵਿਸ਼ਵਾਸ ਹੀ ਨਹੀਂ ਆਇਆ। ਬਗੈਰ ਵਿਸ਼ਵਾਸ ਦੇ ਹੀ ਭਗਤੀ ਕਰੀ ਜਾ ਰਹੇ ਆ, ਆਪਣੇ ਹੱਠ ਦੇ ਨਾਲ। ਦੇਖਾ ਦੇਖੀ ਜਿਹੜੀ ਹੈਗੀ, ਲੋਕ ਮਰਿਆਦਾ ਲੋਕਾਂ ਦੀ ਜਿਹੜੀ ਹੈਗੀ, ਦੇਖ ਕੇ ਬਈ ਸ਼ਰਮੋ ਸ਼ਰਮੀ। ਮਨੇ ਪ੍ਰਤੀਤ ਨਾ ਆਇਆ, ਸਹਿਜ ਨਾ ਲੱਗੋ ਭਾਓ। ਔਰ ਸਹਿਜ ਅਵਸਥਾ ਦੇ ਨਾਲ ਜਿਹੜਾ ਹੈਗਾ ਤੇਰਾ ਪਿਆਰ ਹੀ ਨਹੀਂ ਆਇਆ, ਤੈਨੂੰ ਇਤਬਾਰ ਹੀ ਨਹੀਂ ਆਇਆ। ਸ਼ਬਦ ਸਾਧ ਨਾ ਪਾਇਓ, ਮਨ ਹਟ ਕਿਆ ਗੁਣ ਗਾਏ। ਔਰ ਸ਼ਬਦ ਦਾ ਸਵਾਦ ਵੀ ਨਹੀਂ ਆਇਆ। ਸ਼ਬਦ ਦਾ ਸਵਾਦ ਤਾਂ ਆਏਗਾ ਹੀ ਨਹੀਂ ਜਦ ਤੈਨੂੰ ਵਿਸ਼ਵਾਸ ਹੀ ਨਹੀਂ ਹੈਗਾ। ਤੇ ਸਹਿਜ ਅਵਸਥਾ ਤੇਰੇ ਅੰਦਰ ਆ ਹੀ ਨਹੀਂ ਰਹੀ, ਉਹਦੇ ਨਾਲ ਪਿਆਰ ਹੀ ਨਹੀਂ ਪੈ ਰਿਹਾ। ਤੂੰ ਤਾਂ ਜਿਹੜਾ ਹੈਗਾ ਦੁਨੀਆਦਾਰੀ ਜਿਹੜੀ ਹੈਗੀ, ਲੋਕਾਂ ਦੇ ਨਾਲ ਸ਼ੋਰ ਸ਼ਰਾਬਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਾਰੇ ਸਵਾਦਾਂ ਦੇ ਵਿੱਚ ਚਾਰ ਛਪੇਰੇ ਜਿਹੜਾ ਹੈਗਾ 24/7 ਉਧਰ ਨੂੰ ਪਿਆ ਹੋਇਆ। ਮਨ ਹਟ ਕਿਆ ਗੁਣ ਗਾਏ। ਮਨ ਦੇ ਹੱਟ ਦੇ ਨਾਲ ਕੀ ਭਗਤੀ ਕਰ ਰਿਹਾ ਆ ਭਾਈ? ਮਨ ਦੇ ਹੱਟ ਦੇ ਨਾਲ ਨਾਨਕ ਆਇਆ ਸੋ ਪ੍ਰਵਾਨ ਹੈ। ਪ੍ਰਵਾਨ ਤਾਂ ਇਹਨੇ ਹੋਣਾ ਹੈ ਭਾਈ। ਮਾਲਕ ਦੇ ਦਰ ਤੇ ਕਬੂਲ ਉਹਨੇ ਹੋਣਾ ਹੈ ਜੇ ਗੁਰਮੁਖੇ ਸੱਚ ਸਮਾਏ। ਜਿਹੜਾ ਗੁਰੂ ਦੇ ਦੁਆਰਾ, ਬ੍ਰਹਮ ਗਿਆਨੀਆਂ ਦੇ ਦੁਆਰਾ ਜਿਹੜਾ ਹੈਗਾ ਸੱਚ ਦੇ ਵਿੱਚ ਸਮਾ ਜਾਏ। ਪਹਿਲੀ ਗੱਲ ਤਾਂ ਹੈਗੀ ਬਈ ਜੋ ਬ੍ਰਹਮ ਗਿਆਨੀ ਬ੍ਰਹਮ ਗਿਆਨ ਦੇ ਰਹੇ ਆ, ਸਭ ਤੋਂ ਪਹਿਲੀ ਗੱਲ ਤਾਂ ਹੈਗੀ ਬਈ ਆਪਣਾ ਘਰ ਵਿੱਚ ਜਿਹੜਾ ਹੈਗਾ, ਆਪਣੀ ਮੱਤ ਜਿਹੜੀ ਹੈਗੀ, ਆਪਣੀ ਅਗਿਆਨਤਾ ਜਿਹੜੀ ਹੈਗੀ, ਉਹਨੂੰ ਪਾਸੇ ਕਰਨ ਦਾ ਪਹਿਲਾਂ ਤਾਂ ਆ ਜਿਹੜਾ ਡਿਸੀਜਨ ਲੈ। ਨਹੀਂ ਤਾਂ ਬੰਦਾ ਆਪਣੀ ਮੱਤ ਨੂੰ ਸੁਪਰੀਮ ਸਮਝਦਾ ਹੈ। ਬਸ ਉਹ ਗਿਆਨ ਨੂੰ ਵੀ ਜਿਹੜਾ ਹੈਗਾ ਉਹਨੂੰ ਵੀ ਉਹਨੇ ਆਪਣਾ ਮਿਲਾ ਕੇ ਉਹਨੂੰ ਜਿਹੜਾ ਹੈਗਾ ਗਿਆਨ ਨੂੰ ਵੀ ਬਿਲਕੁਲ ਲੋ ਲੈਵਲ ਦਾ ਕਰ ਦੇਣਾ ਹੈ। ਆਪਣੇ ਹਿਸਾਬ ਦੇ ਨਾਲ, ਆਪਣੀ ਮੱਤ ਦੇ ਨਾਲ ਉਹ ਗਿਆਨ ਦੇ ਮੀਨਿੰਗ ਕੱਢ ਲੈਣੇ ਉਹਨੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ, ਪਲੀਜ਼ ਅੰਡਰਸਟੈਂਡ ਕਰੋ। ਮਨ ਪ੍ਰਤੀਤ ਨਾ ਆਏ, ਸਹਿਜ ਨਾ ਲਾਗੋ ਧਿਆਨ ਪਾਓ। ਮਨ ਮੰਨਿਆ ਹੀ ਨਹੀਂ। ਹਾਂ, ਮਨ ਨੇ ਰਿਜੈਕਟ ਹੀ ਕਰ ਦਿੱਤਾ। ਫਿਰ ਤਾਂ ਬਹੁਤ ਮੁਸ਼ਕਿਲ ਹੈ। ਤੁਹਾਨੂੰ ਪਾਣੀ ਨਹੀਂ ਪਿਆਇਆ ਜਾ ਸਕਦਾ ਤੁਹਾਡੀ ਮਰਜ਼ੀ ਤੋਂ ਬਿਨਾਂ। ਮਨ ਹੀ ਨਹੀਂ ਮੰਨਿਆ। ਮਨ ਮੰਨਿਆ ਨਹੀਂ, ਪਰ ਹੱਠ ਦੇ ਨਾਲ ਕਰ ਰਿਹਾ ਬੰਦਾ। ਉਹ ਨਿੱਜਰ ਸਾਹਿਬ, ਉਹ ਤੇ ਮਤਲਬ ਹੋ ਗਿਆ ਕਿ ਜ਼ਬਰਦਸਤੀ ਵਾਲਾ ਸੌਦਾ ਹੋ ਗਿਆ ਨਾ। ਸਹਿਜ ਅਵਸਥਾ ਤੇ ਨਹੀਂ ਨਾ ਬਣੀ। ਨਾ ਉਹ ਤੇ ਜੂਸ ਕੱਢਣ ਵਾਲਾ ਕੰਮ ਸੀ ਨਾ, ਜੂਸ ਕੱਢ ਲਿਆ। ਹਾਂ, ਜ਼ਬਰਦਸਤੀ ਉਹ ਦੁੱਧ ਵਾਲਾ ਕੰਮ ਨਹੀਂ ਬਣਿਆ। ਸਹਿਜ, ਉਹ ਸਹਿਜ ਅਵਸਥਾ ਹੈ। ਬਿਲਕੁਲ ਸਹੀ ਗੱਲ ਹੈ। ਹਾਂ, ਹੁਣ ਮਨ ਜਿਹੜਾ ਬਾਣੀ ਕਹਿੰਦੀ ਮਨ ਮਾਨਾ ਤੂੰ ਹਰ ਜਾਣਾ। ਪੰਗਾ ਦੇ ਬਿਲਕੁਲ। ਇੱਥੇ ਮਨ ਕਹਿੰਦੇ ਮੰਨਦਾ ਹੀ ਨਹੀਂ ਪਿਆ। ਉਹਦੇ ਚ ਉਹਨੂੰ ਕੋਈ ਸਾਰ ਹੀ ਨਹੀਂ ਹੈਗੀ, ਉਹਨੂੰ ਕੋਈ ਵੈਲਿਊ ਹੀ ਨਹੀਂ ਪਤਾ। ਉਹ ਸੋਚਦਾ ਹੀ ਨਹੀਂ ਹੈ ਕੀ ਹੈ। ਉਹ ਸੋਚਦਾ ਹੀ ਨਹੀਂ ਹੈ ਕਿ ਅੱਖਾਂ ਕਿਹਨੇ ਡਿਜ਼ਾਈਨ ਕੀਤੀਆਂ। ਉਹ ਨਹੀਂ ਸੋਚਦਾ ਕਿ ਮੂੰਹ ਡਿਜ਼ਾਈਨ ਕੀਤਾ, ਦੰਦ ਲੱਗੇ ਨੇ, ਮੁੱਛਾਂ ਲੱਗੀਆਂ। ਜਨਾਨੀਆਂ ਨੂੰ ਮੁੱਛਾਂ ਨਹੀਂ ਦਿੱਤੀਆਂ, ਨੱਕ ਦਿੱਤੇ ਆ ਸਾਹ ਲੈਣ ਦੇ ਲਈ।
ਅੰਦਰ ਕੀ ਕੁਝ ਕੀਤਾ ਹੈ। ਸੌਣ ਦੇ ਲਈ ਤੈਨੂੰ ਤੇਰੀ ਸਰੀਰ ਦੀ ਇੱਕ ਪੋਜੀਸ਼ਨ ਹੈਗੀ ਹੈ, ਚੱਲਣ ਦੀ ਇੱਕ ਪੋਜੀਸ਼ਨ ਹੈ, ਬਹਿਣ ਦੀ ਇੱਕ ਪੋਜੀਸ਼ਨ ਹੈ, ਖਲੋਣ ਦੀ ਇੱਕ ਪੋਜੀਸ਼ਨ ਹੈ। ਕੀ ਗੱਲਾਂ ਕਰਦਾ, ਸੁੱਤਾ ਹੈ? ਇੰਨਾ ਕੁਝ ਬਣਿਆ ਪਿਆ, ਇੰਨੀ ਕਿਸਮ ਦੇ ਬੀਜ, ਇੰਨੀ ਕਿਸਮ ਦੀ ਬਨਸਪਤੀ, ਇੰਨਾ ਕਿਸਮ ਦਾ ਇੱਥੇ ਵੱਡਾ ਅਰੇਂਜਮੈਂਟ ਕੀਤਾ ਹੋਇਆ ਹੈ। ਤੂੰ ਨਹੀਂ ਸੋਚਦਾ, ਤੂੰ ਨਹੀਂ ਸੋਚਦਾ ਪਹਾੜਾਂ ਤੇ ਬਰਫ਼ ਕਿਉਂ ਜੰਮਦੀ ਹੈ? ਤੂੰ ਨਹੀਂ ਸੋਚਦਾ ਮੁੜ ਕੇ ਸਾਰਾ ਸਾਲ ਪਿਘਲ 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 ਕੇ ਉਹ ਨਦੀਆਂ ਦੇ ਰੂਪ ਚ ਥੱਲੇ ਆਉਂਦੀ ਹੈ। ਉਹ ਪਾਣੀ ਆਪਾਂ ਖੇਤਾਂ 'ਚ ਯੂਜ਼ ਕਰਦੇ ਹਾਂ। ਕੁਦਰਤ ਕੀ ਕੁਝ ਨਹੀਂ ਕਰ ਰਹੀ ਤੇ ਤੂੰ ਕਦੋਂ ਸੋਚੇਂਗਾ? ਇਹ ਡਿਜ਼ਾਈਨ ਕਿਹਨੇ ਕੀਤਾ ਹੈ? ਮਨ ਮੰਨੂਗਾ ਇਹਨਾਂ ਗੱਲਾਂ ਨੂੰ ਸੁਣ ਕੇ? ਮੰਨੂਗਾ? ਹੋਰ ਮਨ ਕਿੱਦਾਂ ਮੰਨੂਗਾ? ਜੋ ਤੂੰ ਝੱਕਾ ਮਾਰਦਾ ਫਿਰਦਾ ਉਹ ਤੇ ਬਹੁਤ ਛੋਟੇ ਲੈਵਲ ਦਾ ਜੀਵਨ ਹੈ। ਉੱਥੇ ਤੇ ਕੁਛ ਵੀ ਨਹੀਂ ਹੈਗਾ। ਉਹ ਤੇ ਇਹ ਤੇ ਜਾਨਵਰ ਤੋਂ ਵੀ ਥੱਲੇ ਦਾ ਲੈਵਲ ਦਾ ਜੀਵਨ ਹੈ। ਤੈਨੂੰ ਮਾਨਸ ਜਨਮ ਮਿਲਿਆ ਹੋਵੇ ਔਰ ਤੂੰ ਕੇਵਲ ਸਰੀਰ ਦੀ ਪੂਰਤੀ ਕਰ ਲੈ, ਤੂੰ ਕੇਵਲ ਸਰੀਰ ਦੇ ਸੁੱਖ ਲੱਭਦਾ ਫਿਰੇ, ਤੂੰ ਕੇਵਲ ਆਪਣੀ ਹਉਮੈ ਦੀ ਪੂਰਤੀ ਕਰਦਾ ਫਿਰੇ। ਮੈਂ ਮੈਨੂੰ ਯਾਦ ਕਰਨ ਲੋਕ, ਮੈਂ ਐਡਾ ਵੱਡਾ, ਇੰਨੀਆਂ ਜ਼ਕੀਰਾਂ, ਮੇਰੀ ਇੰਨੀ ਪੈਲੀ। ਉਹ ਕਹਿੰਦੇ ਛੱਡ ਖੜਾ ਤੂੰ ਪੈਲੀ ਨੂੰ। ਇੱਥੇ ਤੇ ਵੱਡੇ ਰਾਜੇ ਆਏ ਵਿਚਾਰੇ, ਉਹ ਲੱਭੇ ਨਹੀਂ। ਤੂੰ ਕਿਹੜੇ ਬਾਗ ਦੀ ਮੂਲੀ ਆ? ਤੂੰ ਕੌਣ ਆ? ਕੀ ਆ ਤੂੰ? ਛੋਟਾ ਜਿਹਾ ਕੀੜਾ ਵੀ ਨਹੀਂ ਹੈਗਾ ਤੂੰ। ਤੇਰੇ ਵਰਗੇ ਪਤਾ ਨਹੀਂ ਤੇਰੇ ਪਿੰਡ ਚ ਕਿੰਨੇ ਚੱਲ ਗਏ ਨੇ, ਉਹਨਾਂ ਨੂੰ ਪੁੱਛ, ਉਹਨਾਂ ਦਾ ਨਾਂ ਕੋਈ ਹੈਗਾ ਕੋਈ ਲੈਣ ਵਾਲਾ? ਉਹ ਪਤਾ ਨਹੀਂ ਕਿੱਧਰ ਗਏ। ਬਾਣੀ ਤੇ ਕਹਿੰਦੇ ਆ ਰਾਮ ਗਿਓ ਰਾਵਣ ਗਿਓ ਤੁਆਕਾ ਬਹੁ ਪਰਿਵਾਰ, ਜਾਂ ਕੋ ਬਹੁ ਪਰਿਵਾਰ। ਹਾਂ, ਉਹ ਰਾਮ ਵੀ ਗਿਆ, ਰਾਵਣ ਵੀ ਨਿਕਲ ਗਿਆ। ਚੰਗਾ ਮਨੁੱਖ ਸੀ ਉਹ ਵੀ ਗਿਆ, ਤੇ ਜਿਹੜਾ ਬੁਰਾ ਸੀ ਉਹ ਵੀ ਨਿਕਲ ਗਿਆ। ਇਹ ਸੰਸਾਰ ਜਿਹੜਾ ਇਹ ਸਥਿਰ ਨਹੀਂ ਹੈਗਾ। ਔਰ ਤੂੰ ਕਿਹੜੇ ਚੱਕਰਾਂ ਚ ਫਿਰਦਾ? ਔਰ ਤੂੰ ਜਿਹੜਾ ਮੇਨ ਕੰਮ ਕਰਨਾ ਤੂੰ ਉਹਦੇ ਵੱਲ ਤੇਰਾ ਧਿਆਨ ਨਹੀਂ, ਧਿਆਨ ਤੇਰਾ ਇੱਧਰ ਉੱਧਰ ਹੈ। ਸੋ ਮਨ ਨੂੰ ਪ੍ਰਤੀਤ ਨਹੀਂ ਹੈ। ਕਿਉਂ ਨਹੀਂ ਆਈ? ਕਿਉਂਕਿ ਕਿਤੇ ਸੰਗਤ ਨਹੀਂ ਕੀਤੀ। ਪ੍ਰੋਬਲਮ ਤੇ ਹੈ ਨਾ, ਸੰਗਤ ਕਿਹਦੀ ਕੀਤੀ ਆ? ਬਾਣੀ ਕੱਲ ਵੀ ਕਹਿੰਦੀ ਆ ਕਿ ਉਹਨਾਂ ਬੰਦਿਆਂ ਦੀ ਸੰਗਤ ਕਰੇਗਾ ਜਿਹੜੇ ਤੈਨੂੰ ਥੱਲੇ ਡੋਬਣ ਦੇ ਚੱਕਰ ਚ ਨੇ। ਤੇ ਉਚਾਈ ਕਿੱਥੋਂ ਆਊਗੀ? ਜਿੱਥੇ ਤਗੜੀ ਸੰਗਤ ਆ, ਜਿੱਥੇ ਬ੍ਰਹਮ ਗਿਆਨ ਹੈ, ਉੱਥੇ ਬੰਦਾ ਤੇ ਖਲੋਂਦਾ ਨਹੀਂ, ਉੱਥੋਂ ਤੇ ਨਜਸਾ ਭੱਜ ਜਾਂਦਾ ਹੈ। ਬਿਲਕੁਲ। ਕਿਉਂਕਿ ਅਗਲੇ ਫੁੱਲੀਆਂ ਵਾਲੇ ਹੱਥ ਨਹੀਂ ਫੜ ਲੈਂਦੇ। ਲਿਆ ਬਈ ਤੇਰਾ ਬ੍ਰਹਮ ਗਿਆਨ ਇੱਕ ਬੰਦਾ ਸੀ ਤੇ ਨਜਸਾ। ਹਾਂਜੀ, ਬ੍ਰਹਮ ਗਿਆਨ ਦੇ ਤੀਰ ਜਿਹੜੇ ਹੈਗੇ ਸਹਿਣੇ ਸੌਖੇ ਥੋੜੀ ਨਾ ਹੈ। ਆਹੋ, ਤੇ ਬੜਾ ਮਲਦੇ ਬੰਦੇ ਦੇ ਕੰਨ ਮਲਦੇ, ਪੂਰੇ ਕੰਨ ਫੜ ਲੈਂਦੇ ਅਗਲੇ। ਹਾਂ, ਏਦਾਂ ਨਾ ਇੱਕ ਸਰਾਂ ਦਾ ਮਾਲਕ ਸੀ ਤੇ ਉਹ ਕੋਈ ਨਾ ਕੋਈ ਜਦੋਂ ਕੋਈ ਸਾਧ ਆ ਜਾਣਾ ਤੇ ਉਹਨੇ ਪੜ੍ਹ ਲੈਣਾ, ਉਹਨੂੰ ਕਹਿਣਾ ਕਿ ਮੈਨੂੰ ਰੱਬ ਨਾ ਮਿਲਾਓ। ਉਹ ਕਹਿੰਦਾ ਕਿ ਏਦਾਂ ਰੱਬ ਏਡਾ ਹੈ, ਰੱਬ ਏਦਾਂ ਹੈ। ਉਹ ਕਹਿੰਦਾ ਗੱਲਾਂ ਗੁੱਲਾਂ ਨਹੀਂ, ਮੈਨੂੰ ਪ੍ਰੈਕਟੀਕਲ ਮਿਲਾਓ। ਉਹ ਕੋਈ ਬਾਬਾ ਤਗੜਾ ਆ ਗਿਆ ਇੱਕ ਦਿਨ, ਤੇ ਉਹ ਰਾਤ ਦਾ ਟਾਈਮ ਸੀ, 8-9 ਵਜੇ ਦਾ, 10 ਵਜੇ। ਉਹ ਕਹਿੰਦਾ ਮੇਰੇ ਮਨ ਦੀ ਇੱਛਾ ਹੈਗੀ ਹੈ। ਕਹਿੰਦੇ ਦੱਸੋ ਭਗਤੋ, ਕੀ ਇੱਛਾ ਤੁਹਾਡੇ ਦਿਲ ਦੀ? ਕਹਿੰਦੇ ਕਿ ਮੈਨੂੰ ਰੱਬ ਨਾ ਮਿਲਾਓ। ਉਹਨੇ ਗੁੱਟ ਫੜ ਲਿਆ, ਤੈਨੂੰ ਹੁਣੇ ਮਿਲਾਈਏ, ਚੱਲ ਤੂੰ ਤਿਆਰ ਆ? ਕਹਿੰਦਾ ਨਹੀਂ ਅਜੇ ਮੈਂ ਤੁਸੀਂ ਗੱਲਬਾਤ ਨਹੀਂ ਕਰੋਗੇ? ਕਹਿੰਦਾ ਕਿਹੜੀ ਗੱਲ? ਕਹਿੰਦਾ ਰੱਬ ਦੇ ਬਾਰੇ ਮੈਂ ਜਿੰਨੇ ਲੋਕਾਂ ਨੂੰ ਮਿਲਿਆ ਉਹ ਸਾਰੇ ਕਹਿੰਦੇ ਸੀ ਰੱਬ ਵਿਸ਼ਾਲ ਹੈ, ਰੱਬ ਸਰਵ ਵਿਆਪਕ ਹੈ। ਉਹ ਕਹਿੰਦਾ ਤੂੰ ਛੱਡ, ਉਹ ਗੱਲ ਛੱਡ, ਤੂੰ ਮਿਲਣਾ ਚਾਹੁੰਦਾ, ਤੈਨੂੰ ਮਿਲਾਵਾਂ ਮੈਂ ਰੱਬ ਦੇ ਨਾਲ, ਤੂੰ ਤਿਆਰ ਹੈ? ਕਹਿੰਦਾ ਨਹੀਂ, ਇਹ ਮੈਂ ਇਹਦਾ ਕਦੇ ਸੋਚਿਆ ਨਹੀਂ ਸੀ, ਕਿਉਂਕਿ ਅਜੇ ਤੱਕ ਮੇਰੇ ਏਦਾਂ ਦਾ ਬੰਦੇ ਨਾਲ ਟਕਰਾਓ ਨਹੀਂ ਹੋਇਆ। ਮੈਨੂੰ ਏਦਾਂ ਕਰੋ, ਮੈਨੂੰ ਸੋਚਣ ਦਾ ਮੌਕਾ ਦਿਓ। ਉਹ ਘਰ ਗਿਆ, ਮੁੜ ਕੇ ਵਾਪਸ ਨਹੀਂ ਆਇਆ ਨੇਜਾ ਸਾਹਿਬ। ਉਹ ਕੇਵਲ ਸਵਾਦ ਲੈਂਦਾ ਸੀ। ਇਸੇ ਤਰ੍ਹਾਂ ਇਨਸਾਨ ਨੇ ਉਹ ਜਾ ਕੇ ਇੱਥੇ ਧਾਰਮਿਕ ਸਥਾਨਾਂ ਤੇ ਉਹ ਕਹਿ ਦਿੰਦੇ ਨੇ ਕਿ ਮੇਰੇ ਪਿਤਾ ਮੇਰੇ ਘਰ ਆ, ਮੇਰੇ ਘਰ ਆ। ਉਹ ਗੱਲਾਂ ਦਾ ਸਵਾਦ ਬਸ, ਜਸਟ ਫਾਰਮੈਲਿਟੀ। ਚਾਹ ਨਹੀਂ ਪਿਉਣੀ, ਓਦਾਂ ਪੁੱਛੀ ਜਾਣਾ ਚਾਹ ਪੀਓਗੇ ਕਿ ਨਹੀਂ? ਅਗਲਾ ਕਹਿੰਦਾ ਨਹੀਂ ਮੈਂ ਪੀ ਕੇ ਆਇਆ। ਹੁਣ ਕਿਹੜਾ ਬੇਸ਼ਰਮ ਹੈ ਕਹੂਗਾ ਕਿ ਮੈਨੂੰ ਚਾਹ ਪਿਆਓ? ਉਹ ਕਹਿੰਦਾ ਨਹੀਂ ਮੈਂ ਪੀ ਕੇ ਆਇਆ। ਅੱਛਾ ਠੀਕ ਹੈ ਜੀ, ਬਣਾ ਲਈਏ। ਉਹ ਭੜਵਿਆ ਜੇ ਤੇਰੇ ਘਰ ਆ ਗਿਆ, ਚਾਹ ਬਣਾ ਕੇ ਉਹਦੇ ਗਾੜੀ ਰੱਖ, ਅਗਲਾ ਮਨਾ ਕਰ ਦੂਗਾ ਨਿੱਜਰ ਸਾਹਿਬ। ਤੇ ਲਿਆ ਉਹਦੇ ਬਿਸਕੁਟ ਬੁਸਕੁਟ ਰੱਖ ਸਾਹਮਣੇ, ਤੇ ਅਗਲਾ ਚਾਹ ਪੀ ਲੇਗਾ। ਕੋਈ ਮਨਾ ਥੋੜੀ ਕਰਦਾ। ਔਰ ਤੂੰ ਪੁੱਛੀ ਜਾਂਦਾ ਤੇ ਉਹ ਵਿਚਾਰੇ ਨੇ ਮਨਾ ਹੀ ਕਰ ਦੇਣਾ। ਸੋ ਏਦਾਂ ਦੀ ਫਾਰਮੈਲਿਟੀ ਕਰਨ ਦੇ ਨਾਲ ਕੀ ਹੋਏਗਾ? ਰੱਬ ਨਹੀਂ ਮਿਲੇ। ਨਹੀਂ, ਉਹਨੂੰ ਕਹਿਣਾ ਸੀ ਗੋਰਖੀ ਸਾਹਿਬ ਬਈ, ਉਹ ਕਹਿੰਦਾ ਚਾਹ ਪੀ ਕੇ ਆਇਆ, ਤੇ ਉਹ ਕਹਿੰਦਾ ਤੇ ਉਹਨੂੰ ਕਹਿਣਾ ਸੀਗਾ ਬਈ ਤੇਰੇ ਲਈ ਵੀ ਲਿਆ ਦਾ ਮੈਂ। ਆਹੋ, ਤੇਰੇ ਲਈ ਵੀ ਲੈ ਆਈਏ। ਹੈਂ, ਤੂੰ ਜਿਹੜਾ ਐਵੇਂ ਸਵਾਦ ਲੈਣੇ ਵਾ ਕਿ ਸੁਲਾ ਮਾਰਨੀ ਆ, ਫੋਕੀ ਸੁਲਾ, ਮਤਲਬ ਪਿਆਉਣੀ ਨਹੀਂ। ਤੇ ਉਹ ਫਿਰ ਫੁੱਲ ਬੋਲਣ ਦਾ ਫਾਇਦਾ ਕੀ?
ਉਦਾਂ ਨਾ ਕਹੋ ਵੀ ਤੈਨੂੰ ਚਾਹ ਪਈ ਹੈ ਕਿ ਨਾ ਪਈ ਹੈ, ਕਹਿ ਦੋ ਕਿ ਚਾਹ ਬਣਾ ਨਹੀਂ ਸਕਦੇ ਅਸੀਂ, ਇਸ ਕਰਕੇ ਪੁੱਛਣ ਦਾ ਫਾਇਦਾ ਕੋਈ, ਗੱਲ ਖਤਮ ਹੋ। ਠੀਕ ਹੈ ਜੀ। ਇੱਥੇ ਦੇਖੋ ਜੀ, ਕਹਿੰਦੇ ਆ ਸ਼ਬਦ ਸਾਧ ਨਾ ਪਾਇਓ ਮਨ ਹਟ ਕਿਆ ਗੁਣ ਗਾਇਆ। ਸ਼ਬਦ ਦਾ ਸਵਾਦ ਹੀ ਨਹੀਂ ਆਇਆ ਤੇ ਖਾਲੀ ਮਨ ਦੇ ਹੱਟ ਦੇ ਨਾਲ ਜਿਹੜਾ ਹੈਗਾ ਭਗਤੀ ਕਰਨ ਦਾ ਕੀ ਫਾਇਦਾ? ਕਹਿੰਦੇ ਕੀ ਗੁਣ ਗਾਏ, ਕੀ ਭਗਤੀ ਕੀਤੀ, ਦੱਸ। ਹਾਂ, ਹੁਣ ਦੱਸੋ ਤੁਸੀਂ ਅੰਬ ਦੇ ਬਾਰੇ ਗੱਲਾਂ ਕਰੀ ਜਾਓ, ਉਹ ਅੰਬ ਬੜਾ ਵਧੀਆ ਹੁੰਦਾ ਹੈ, ਉਹ ਬੜਾ ਮਿੱਠਾ ਹੁੰਦਾ ਹੈ, ਕੇਵਲ ਗੱਲਾਂ ਹੀ, ਉਹਦੀਆਂ ਕਿਤਾਬਾਂ ਪੜ੍ਹੀ ਜਾਓ, ਫਿਰ ਜਿੰਨਾ ਖਾਧਾ ਉਹਨਾਂ ਕੋ ਪੁੱਛੀ ਜਾਓ, ਐਵੇਂ ਲੈਣਾ ਦੇਣਾ ਕੁਛ ਵੀ ਨਹੀਂ। ਉਹ ਕਹਿੰਦੀ ਏਦਾਂ ਗੱਲਾਂ ਨਾਲ ਥੋੜੀ ਗੱਲ ਬਣੇਗੀ, ਉਹ ਤੇ ਤੈਨੂੰ ਉਹਨੂੰ ਉਹਦੀ ਇੱਕ ਫਾੜੀ ਨੂੰ ਆਪਣੇ ਜ਼ਬਾਨ ਤੇ ਰੱਖ ਤੇ ਫਿਰ ਤੇ ਗੱਲ ਬਣੀ। ਨਿੱਜਰ ਸਾਹਿਬ ਤੇ ਮਨ ਨੂੰ ਤੂੰ ਕੇਵਲ ਫੋਕੀਆਂ ਗੱਲਾਂ ਕਰੀ ਜਾਂਦਾ, ਮਨ ਮੰਨਦਾ? ਮਨ ਨਿੱਜਰ ਸਾਹਿਬ ਜਬ ਜਾਣਾ ਤਬ ਹੀ ਮਾਨਾ, ਮਨ ਨਹੀਂ ਮੰਨੇਗਾ ਕਿਉਂਕਿ ਤੂੰ ਫੋਕੀ ਸੁਲਾ ਮਾਰ ਰਿਹਾ ਚਾਹ ਦੀ, ਜਿਹੜੀ ਚਾਹ ਤੂੰ ਮੈਨੂੰ ਪਿਆਉਣੀ ਨਹੀਂ ਹੈ, ਕੇਵਲ ਫਾਰਮੈਲਿਟੀ। ਤੇ ਫਿਰ ਉਹ ਕਹਿੰਦੇ ਗੱਲਾਂ ਨਾਲ ਤੇ ਗੱਲ ਬਣੂਗੀ, ਫਿਰ ਹੱਟ ਕਰੀ ਜਾ, ਉਹਦਾ ਕੋਈ ਫਾਇਦਾ ਨਹੀਂ ਹੈ। ਫਿਰ ਤੇ ਕਹਿੰਦੇ ਲਗੋਟ ਸੰਖਿਆ ਨਿੱਜਰ ਸਾਹਿਬ, ਕੇਵਲ ਗੱਲਾਂ ਦਾ ਗਿਆਨ, ਲੈਣਾ ਦੇਣਾ ਕੁਛ ਵੀ ਨਹੀਂ, ਕਸ ਬੋਲਣਾ ਹੀ ਬੋਲਣਾ। ਰਾਜਨੀਤੀ ਲੋਕ ਵੇਖਿਆ ਲਗੋਟ ਸੰਖ ਹੁੰਦੇ ਨੇ, ਕੇਵਲ ਬੋਲਣਾ, ਕਿਉਂਕਿ ਲੋਕਾਂ ਨੂੰ ਚੰਗਾ ਲੱਗਦਾ ਹੈ ਝੂਠ। ਇਸੇ ਤਰ੍ਹਾਂ ਇਹ ਧਾਰਮਿਕ ਲੋਕ ਹੁੰਦੇ ਨੇ, ਇਹ ਵੀ ਲਗੋਟ ਸੰਖ, ਦੇਣਾ ਲੈਣਾ ਕੁਛ ਨਹੀਂ, ਰੱਬ ਦੀਆਂ ਗੱਲਾਂ, ਆਤਮਾ ਦੀਆਂ ਗੱਲਾਂ, ਕਿਉਂਕਿ ਨਾ ਉਹ ਕੋ ਹੈਗਾ ਤੇ ਨਾ ਜਿਹੜਾ ਲੈਣ ਆਇਆ ਉਹ ਲੈਣਾ ਚਾਹੁੰਦਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਇੱਕ ਨੂੰ ਕੰਨਾਂ ਦਾ ਰਸ ਚਾਹੀਦਾ ਹੈ, ਉਹ ਦੂਜੇ ਨੂੰ ਜ਼ੁਬਾਨ ਦਾ ਰਸ ਹੈ। ਇੱਕ ਬੋਲ ਕੇ ਮਜ਼ਾ ਲਈ ਜਾਂਦਾ, ਦੂਜਾ ਸੁਣ ਕੇ ਮਜ਼ਾ ਲਈ ਜਾਂਦਾ। ਸਰਪੰਚਾਂ ਦਾ ਕਿਆ ਸਿਰ ਮੱਥੇ ਤੇ, ਨਾਲਾ ਉੱਥੇ ਦਾ ਉੱਥੇ, ਸਗੋਂ 2-4 ਇੰਚ ਹੋਰ ਅੰਦਰ ਬਾਹਰ ਕਰਤਾ ਕਿ ਲੋਕਾਂ ਦੇ ਸਿਰ 'ਚ ਪਾਣੀ ਪਵੇ। ਏਦਾਂ ਦੇ ਲੋਕ ਹੁੰਦੇ ਨੇ, ਫਿਰ ਫਾਇਦਾ ਨਹੀਂ। ਉਹ ਬਾਣੀ ਕਹਿ ਰਹੀ ਆ ਸ਼ਬਦੇ ਸਾਧ ਨਾ ਪਾਇਓ। ਉਹ ਕਹਿੰਦਾ ਤੂੰ ਕੀ ਕਰ ਰਿਹਾ ਓਏ, ਅੰਬ ਦੀਆਂ ਗੱਲਾਂ ਕਰ ਛੱਡੀਆਂ, ਅੰਬ ਤੇ ਗ੍ਰੰਥ ਪੜ੍ਹ ਛੱਡੇ, ਇਹ ਗੱਲ ਨਹੀਂ ਬਣੇਗੀ। ਕਿਉਂ? ਕਿਉਂਕਿ ਤੂੰ ਪ੍ਰੈਕਟੀਕਲ ਤੇ ਕੀਤਾ ਹੀ ਨਹੀਂ। ਉਹਦੇ ਉੱਥੇ ਨਿੱਜਰ ਸਾਹਿਬ ਨੂੰ ਇੰਟਰਸਟ ਹੀ ਨਹੀਂ ਹੈਗਾ ਨਾ, ਜਸਟ ਓਨਲੀ ਟਾਕ, ਲੈਣਾ ਦੇਣਾ ਕੁਛ। ਜਿੱਦਾਂ ਲੋਕ ਰਾਜਨੀਤੀ ਤੇ ਘੰਟਾ 2-2 ਘੰਟੇ ਬੋਲੀ ਜਾਂਦੇ ਆ। ਬੰਦਾ ਪੁੱਛੇ ਪਾਵਰ ਤੁਹਾਡੇ ਕੋਲ ਹੈ ਕੋਈ ਨਹੀਂ, ਤੁਸੀਂ ਕਿਹੜੇ ਮਿਨਿਸਟਰ ਲੱਗੇ ਜੋ ਜੇ ਸਾਈਨ ਕਰਕੇ ਕੋਈ ਚੀਜ਼ ਬਦਲ ਦੋਗੇ? ਕੇਵਲ ਗੱਲਾਂ ਦਾ ਸਵਾਦ। ਇਸੇ ਤਰ੍ਹਾਂ ਕਹਿੰਦੇ ਆ ਕਿ ਗੱਲਾਂ ਦੇ ਸਵਾਦ ਦੇ ਨਾਲ ਕੁਝ ਹਾਸਲ ਨਹੀਂ ਹੋਵੇਗਾ। ਤੂੰ ਗਰਾਊਂਡ ਲੈਵਲ ਤੇ ਕੁਝ ਕਰੇਗਾ ਤੇ ਫਿਰ ਗੱਲ ਬਣੂਗੀ। ਹਾਂਜੀ ਨਿੱਜਰ ਸਾਹਿਬ। ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖੇ ਸੱਚੇ ਸਮਾਏ। ਆਇਆ ਉਹ ਪ੍ਰਵਾਨਿਆ ਜਿਹੜਾ ਬ੍ਰਹਮ ਗਿਆਨ ਲੈ ਕੇ, ਗੁਰੂ ਦੀ ਮੱਤ ਲੈ ਕੇ ਤੇ ਉਹਦਾ ਪ੍ਰੈਕਟੀਕਲ ਕਰਕੇ ਸੱਚ ਦੇ ਵਿੱਚ ਸਮਾ ਜਾਏ। ਸੱਚ ਹੋ ਕੇ, ਸੱਚਾ ਆਪਣੇ ਆਪ ਨੂੰ, ਆਪਣੇ ਅਵਗੁਣ ਦੂਰ ਕਰਕੇ, ਔਰ ਉਹ ਜਿਹੜਾ ਹੈਗਾ ਕਾਲਕ ਕੱਢ ਕੇ ਸੱਚ ਦੇ ਵਿੱਚ ਉਹ ਖਰੇ ਸੋਨੇ ਦੇ ਵਿੱਚ ਸੋਨਾ ਸਮਾ ਸਕਦਾ ਹੈ। ਪਰ ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ, ਤੇ ਉਹ ਖਰਾ ਹੋ ਕੇ ਤੇ ਮਾਲਕ ਦੇ ਵਿੱਚ ਸਮਾ ਜਾਏ, ਉਹਨੂੰ ਕਹਿੰਦੇ ਆ ਆਇਆ ਉਹ ਪ੍ਰਵਾਨ ਹੈ। ਔਰ ਪਹਿਲੀ ਚੀਜ਼ ਤਾਂ ਇਹ ਹੈਗੀ ਵੀ ਸਭ ਤੋਂ ਪਹਿਲੀ ਤਾਂ ਆਪਣੀ ਮੱਤ ਛੱਡਣੀ। ਆਪਣੀ ਜਗ੍ਹਾ ਖਾਲੀ ਕੋਈ ਜਗ੍ਹਾ ਆਪਣੇ ਅੰਦਰ ਆਪਣੀ ਮੱਤ ਭਰੀ ਪਈ ਆ, ਆਪਣੇ ਸੰਸਕਾਰ ਭਰੇ ਪਏ ਆ। ਜੇ ਹੁਣ ਗੁਰੂ ਦੀ ਮੱਤ ਲੈਣੀ ਹੈ, ਗੁਰੂ ਤੋਂ ਗਿਆਨ ਲੈਣਾ ਹੈ, ਬ੍ਰਹਮ ਗਿਆਨ ਲੈਣਾ ਹੈ, ਤੇ ਆਪਣੀ ਮੱਤ ਜਿਹੜੀ ਹੈਗੀ ਉਹ ਹਟਾਉਣੀ ਪੈਣੀ ਹੈ ਭਾਈ। ਉਹ ਮੱਤ ਆਪਣੀ ਜਿਹੜੀ ਹੈਗੀ ਕੱਢਾਂਗੇ, ਛੱਡਾਂਗੇ, ਔਰ ਗੁਰੂ ਦੀ ਮੱਤ ਤਾਂ ਹੀ ਆਊਗੀ। ਹਾਂਜੀ ਵੀਰ ਜੀ। ਹੁਣ ਇੱਥੇ ਦੇਖੋ, ਇੱਥੇ ਇੱਕ ਚੀਜ਼ ਨੂੰ ਆਪ ਨੋਟ ਕਰੋ। ਦੇਖੋ ਬ੍ਰਹਮ ਅਗਨ, ਜਿਹੜੀ ਸਾਡੇ ਅੰਦਰ ਇੱਕ ਅਗਨ ਹੈ, ਜਿਹਨੂੰ ਆਪਾਂ ਨਾਮ ਕਹਿੰਦੇ ਆ। ਇਹ ਜਿੰਨੀ ਵੀ ਕਥਾ ਕਰ ਰਿਹਾ ਮੈਂ ਤੁਹਾਡੇ ਨਾਲ ਵਿਚਾਰ ਕਰਦਾ, ਇਹ ਗੁਰਬਾਣੀ 'ਚ ਜੋ ਵੀ ਕੁਝ ਲਿਖਿਆ ਕੇਵਲ ਉਹਨੂੰ ਪ੍ਰਗਟ ਕਰਨ ਬਾਰੇ ਹੈ। ਉਸ ਨਾਮ ਨੂੰ ਪ੍ਰਗਟ ਕੀਤਾ ਜਾਵੇ। ਪ੍ਰਗਟ ਕਰੇਗਾ ਤਾਂ ਕੀ ਹੋਊਗਾ? ਜਿੱਦਾਂ ਬਲਬ ਜਲਦਾ ਹੈ ਤੇ ਕੀ ਕਰਦਾ ਹੈ ਨਾ, ਉਹ ਪ੍ਰਕਾਸ਼ ਕੀ ਕਰਦਾ? ਹਨੇਰੇ ਨੂੰ ਨਸ਼ਟ ਕਰ ਦਿੰਦਾ, ਗਿਆਨ ਹੋ ਜਾਂਦਾ। ਫਿਰ ਚੀਜ਼ਾਂ ਸਾਨੂੰ ਕਲੀਅਰ ਸਾਫ਼ ਦਿਖਾਈ ਦੇਣ ਲੱਗ ਜਾਂਦੀਆਂ। ਜਦੋਂ ਹਨੇਰਾ ਹੁੰਦਾ ਮੈਨੂੰ ਨਹੀਂ ਪਤਾ ਲੱਗਦਾ, ਭਾਵੇਂ ਇਸ ਕਮਰੇ 'ਚ ਮੈਂ ਆਪਣੀ ਸਾਰੀ ਜ਼ਿੰਦਗੀ ਬਤੀਤ ਕੀਤੀ, ਮੈਨੂੰ ਪਤਾ ਨਹੀਂ ਸਮਾਨ ਕਿੱਥੇ ਕੀ ਪਿਆ। ਮੈਂ ਹੱਥ ਦੇ ਨਾਲ ਟੋਹਾਂਗਾ, ਗੱਲ ਬਣੇਗੀ ਨਹੀਂ। ਕੇਵਲ ਸੁੱਚ ਔਨ ਕੀਤਾ, ਮੈਨੂੰ ਹਰ ਚੀਜ਼ ਨਿੱਜਰ ਸਾਹਿਬ ਕਲੀਅਰ ਦਿਖਾਈ ਦੇਵੇਗੀ ਨਾ। ਬਿਲਕੁਲ, ਕੋਈ ਡਾਊਟ ਤੇ ਨਹੀਂ ਹੈ। ਤੁਹਾਡੇ ਕੋਲ ਪੁੱਛਣ ਦੀ ਲੋੜ ਪਊਗੀ ਮੈਨੂੰ ਕਿ ਨਿੱਜਰ ਸਾਹਿਬ ਆਹ ਕੀ ਹੈ? ਪਾਣੀ ਦੀ ਬੋਤਲ ਹੈ, ਮੇਰਾ ਮੋਬਾਈਲ ਆ, ਇਹ ਪੁੱਛਣ ਦੀ ਲੋੜ ਹੈ ਮੈਨੂੰ ਤੁਹਾਡੇ ਕੋਲੋਂ ਨਾ। ਹਾਂ, ਕਿਉਂ? ਕਿਉਂਕਿ ਪ੍ਰਕਾਸ਼ ਹੋ ਗਿਆ।
ਹਨੇਰਾ ਦੂਰ ਹੋ ਗਿਆ। ਇਸੇ ਤਰ੍ਹਾਂ ਦੇਖੋ ਬ੍ਰਹਮਾਗਨ ਕੀ ਕਰਦੀ ਹੈ, ਬ੍ਰਹਮਾਗਨ ਕੀ ਕਰਦੀ ਹੈ ਕਿ ਸਾਡੇ ਅੰਦਰ ਜੋ ਨਕਲੀ, ਜਿਹੜਾ ਬਾਣੀ ਚ ਕਿਹਾ ਨਾ, ਇਸ ਮਨ ਕੋ ਜਨਮ ਜਨਮ ਕੀ ਮਲ ਲੱਗ, ਇਹ ਮੈਲ ਲੱਗ ਗਈ ਇਹਨੂੰ ਵਿਚਾਰੇ ਨੂੰ, ਇਹਦੇ ਅੰਦਰ ਹਨੇਰਾ ਆ ਗਿਆ। ਕਿਉਂ ਹਨੇਰਾ ਆ ਗਿਆ? ਕਿਉਂਕਿ ਆਪਾਂ ਜਿਹੜੇ ਉਹ ਸੁਰਾਖ ਸੀ ਨਾ ਜਿੱਥੋਂ ਚਾਨਣ ਆਉਣਾ ਸੀ, ਉਹ ਬੰਦ ਕਰ ਦਿੱਤੇ ਆ। ਸੱਚ, ਸੇਵਾ, ਸਿਮਰਨ, ਭਗਤੀ, ਈਮਾਨਦਾਰੀ, ਵਫਾਦਾਰੀ, ਇਹ ਛੇਕ ਬੰਦ ਕਰ ਦਿੱਤੇ ਆਪਾਂ। ਫਿਰ ਕੀ ਹੋ ਗਿਆ? ਫਿਰ ਅੱਗੇ ਹਨੇਰਾ ਹੋ ਗਿਆ। ਹਨੇਰਾ ਹੋ ਗਿਆ ਮਤਲਬ ਅੰਦਰ ਬੁੱਧੀ ਨਹੀਂ ਹੈਗੀ ਹੁਣ, ਕਿਉਂਕਿ ਕਮਰੇ ਦੀ ਲਾਈਟਾਂ ਮੈਂ ਬੰਦ ਕਰ ਦਿੱਤੀਆਂ ਨਿੱਜਾ ਸਾਹਿਬ, ਤੇ ਫਿਰ ਮੈਨੂੰ ਕਿੱਥੋਂ ਦਿਖਾਈ ਦੇਊਗਾ ਕਮਰੇ 'ਚ? ਦੱਸੋ। ਬਿਲਕੁਲ। ਹੁਣ ਕੀ ਕਰ ਰਹੇ ਆ? ਕਥਾ ਕੀ ਅਸਲੀ ਹੈ, ਭਗਤੀ ਕਿਉਂ ਆ? ਉਹ ਛੇਕ ਜਿਹੜੇ ਬੰਦ ਹੋ ਗਏ ਆ। ਦੇਖੋ ਤੁਹਾਡੀ ਚਿਮਨੀ ਹੈ ਨਾ, ਚਿਮਨੀ ਦੇ ਵਿੱਚ ਵੇਖਿਆ ਨਹੀਂ ਤੁਸੀਂ, ਮਹੀਨੇ ਡੇਢ ਮਹੀਨੇ ਬਾਅਦ ਸਰਵਿਸ ਕਰਦੇ ਉਹਦੀ, ਕੀ ਕਰਦੇ ਜੋ? ਉਹਦੀ ਚਿਮਨੀ ਦੇ ਫਿਲਟਰ ਖੋਲਦੇ ਆਪਾਂ, ਉਹਦੇ ਵਿੱਚੋਂ ਜੋ ਗੰਦਮੰਦ ਹੈਗਾ ਉਹਨੂੰ ਕੱਢ ਕੇ ਅਲੱਗ ਕਰ ਦੇਈਦਾ, ਫਿਰ ਚਿਮਨੀ ਕੰਮ ਕਰਨ ਡੈ ਪੈਂਦੀ ਆ। ਉਹ ਚਿੱਤ ਦੀ ਸਫਾਈ, ਜਿਹੜੀ ਉਸ ਦੇ ਅੰਦਰ ਗੰਦਗੀ ਇਕੱਠੀ ਹੋ ਗਈ ਹੈ, ਉਹ ਮਲੀਨਤਾ ਨੂੰ ਧਿਆਨ ਦੇ ਨਾਲ ਕੀ ਕਰ ਸਕਦੇ ਹਾਂ ਆਪਾਂ? ਸਾਫ਼ ਕਰ ਸਕਦੇ ਹਾਂ। ਇਹੋ ਤੇ ਗੁਰੂ ਦੱਸ ਕੇ ਗਏ ਕਿ ਧਿਆਨ ਇਕਾਗਰ ਕਰ, ਵਿਚਾਰ ਮਾਰੇ ਤਰੇ ਤਾਰੇ, ਉਲਟ ਜੋੜ ਨਾ ਆਵੇ। ਗੁਰੂ ਨਾਨਕ ਪਾਤਸ਼ਾਹ ਗੱਲ ਕਲੀਅਰ ਕਰਕੇ, ਕਨਸੈਪਟ ਕਲੋਜ਼ ਕਰਕੇ ਚੱਲ ਗਏ। ਉਸ ਮੈਸੇਜ ਨੂੰ ਕਨਵੇ ਨਹੀਂ ਕੀਤਾ ਕਿਸੇ ਨੇ, ਨਾ ਕਿਸੇ ਨੂੰ ਪਤਾ ਹੈ ਵਿਚਾਰ ਕਿੱਦਾਂ ਮਰਨੇ ਨੇ, ਨਾ ਉਹਨਾਂ ਦੱਸਿਆ, ਨਾ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕੋਈ ਐਸਾ ਬੰਦਾ ਵੀ ਲੱਭੋ ਜਿਹਨੂੰ ਇਹ ਭੇਦ ਦਾ ਪਤਾ ਹੋਵੇ, ਜੋ ਸਾਨੂੰ ਦੱਸ ਦੇ। ਨਿੱਜਰ ਸਾਹਿਬ ਬਿਲਕੁਲ, ਵਿਚਾਰ ਜਿਹੜੇ ਮਰਨੇ ਆ, ਮਨ ਮਰੂਗਾ ਤਾਂ ਵਿਚਾਰ। ਮੇਰੀ ਆਵਾਜ਼ ਆ ਰਹੀ? ਤੁਸੀਂ ਮਾਈਕ ਬੰਦ ਕਰਤਾ। ਹਾਂਜੀ, ਵਿਚਾਰ ਜਿਹੜੇ ਮਰਨੇ ਹੈਗੇ ਉਹ ਮਨ ਦੇ ਮਰਨ ਦੇ ਨਾਲ ਹੀ ਮਰਨੇ ਆ, ਮਨ ਨੂੰ ਹੀ ਮਾਰਨਾ ਹੈ ਆਪਾਂ ਨੇ ਬਸ। ਹਾਂ, ਹੁਣ ਇਹ ਗੱਲ ਕੋਈ ਦੱਸੇ ਨਾ, ਫਿਰ ਉਹ ਕਹਿੰਦੇ ਆ ਕਿ ਉਹ ਜੜ ਦੇ ਨਾਲ ਜੋੜ ਦੋ, ਫਿਰ ਜੜ ਦੇ ਨਾਲ ਜੋੜੋਗੇ ਤੇ ਫਿਰ ਉਹ ਫਾਇਦਾ ਕੁਛ ਨਹੀਂ ਹੋਣਾ। ਫਿਰ ਤੋਂ ਕਹਿੰਦੇ ਨੇ ਕਿ ਤੇਰਾ ਸ਼ਬਦਾਂ ਦੇ ਨਾਲ ਤੇ ਗੱਲ ਨਹੀਂ ਬਣਨੀ। ਹਾਂ, ਕਿਉਂਕਿ ਜਦ ਤੱਕ ਤੁਹਾਨੂੰ ਟੇਸਟ ਨਹੀਂ ਕੀਤਾ, ਹੁਣ ਦੁੱਧ ਬਾਰੇ ਬੋਲੀ ਜਾਓ, ਕੀ ਫਾਇਦਾ? ਇੱਥੇ ਕਹੀ ਜੋ ਰਸਗੁੱਲਾ ਬੜਾ ਵਧੀਆ ਟੇਸਟੀ ਹੈ, ਤੇ ਉਹਨੂੰ ਕਿਸੇ ਗ੍ਰੰਥ ਦੀ ਲੋੜ ਨਹੀਂ, ਇੱਕ ਪੀਸ ਕੱਢੋ ਉਹਦੇ ਮੂੰਹ 'ਚ ਰੱਖੋ, ਉਹਨੇ ਰੌਲਾ ਪਾ ਦੇਣਾ ਵਾ ਟੇਸਟ ਦਾ। ਨਿਜਰ ਸਾਹਿਬ ਬਿਲਕੁਲ। ਤੇ ਫਿਰ ਉਹਨੂੰ ਕੀ ਲੋੜ ਪਈ ਹੈ? ਉਹੀ ਇਹ ਕਹਿ ਰਹੇ ਨੇ ਕਿ ਜਦ ਤੱਕ ਤੂੰ ਉਹਨੂੰ ਜਾਣਦਾ ਹੀ ਨਹੀਂ, ਆਤਮਾ ਨੂੰ, ਆਪਣੀ ਚੇਤਨਾ ਨੂੰ ਤੂੰ ਜਾਣਦਾ ਨਹੀਂ। ਕਿਉਂਕਿ ਜਦੋਂ ਤੂੰ ਵਿਚਾਰ ਮੰਡਲ ਤੋਂ ਅੱਗੇ ਗਿਆ ਨਾ, ਤੇ ਤੇਰਾ ਜਿਹੜਾ ਪਹਿਲਾ ਪ੍ਰਿਚੀ ਹੋਣਾ ਹੈ, ਤੇਰਾ ਜਿਹੜਾ ਫੇਸ ਤੂੰ ਮਿਲੇਗਾ ਜਿਹਨੂੰ, ਉਹ ਤੇਰੀ ਚੇਤਨਾ ਹੈ। ਚੇਤਨਾ ਕੁਛ ਨਹੀਂ ਕਰਦੀ, ਉਹ ਬਸ ਸਾਖੀ ਹੈ ਤੇਰੇ ਅੰਦਰ ਬੈਠੀ, ਸਾਰਾ ਕੁਝ ਉਹਦੇ ਥਰੂ ਹੋ ਰਿਹਾ। ਔਰ ਜਦੋਂ ਤੂੰ ਉਹਨੂੰ ਦੇਖ ਲੇਗਾ ਤੇ ਗੱਲ ਖਤਮ ਹੋ ਗਈ। ਕੰਮ ਤੇ ਇੰਨਾ ਕੀ ਹੈ, ਕੋਈ ਕੰਮ ਔਖਾ ਨਹੀਂ। ਬਾਕੀ ਜੇ ਔਖਾ ਕਰਨਾ ਤੇ ਫਿਰ ਬਾਹਰ ਚੱਲ ਜਾਓ, ਇੰਦਰੀਆਂ ਦੇ ਰਾਹੀਂ ਤੀਰਥ ਸਥਾਨਾਂ ਤੇ ਚੱਲ ਜਾਓ, ਯਾਤਰਾ ਕਰਨੀ ਸ਼ੁਰੂ ਕਰ ਦਿਓ, ਕਿ ਬਾਬੇ ਕੋਲ ਚੱਲ ਜਾਓ। ਹੁਣ ਉਹ ਬਾਬੇ ਦੇ ਅੰਦਰ ਪਤਾ ਨਹੀਂ ਕੀ ਬਿਰਤੀ ਹੈ, ਉਹ ਕੀ ਚਾਹੁੰਦਾ ਹੈ, ਤੁਹਾਨੂੰ ਪਤਾ ਕੋਈ ਨਹੀਂ, ਨਾ ਤੁਸੀਂ ਜਾਣ ਸਕਦੇ। ਠੀਕ ਹੈ ਜੀ। ਫਿਰ ਅਗਲੇ ਬੰਨੇ ਕਹਿੰਦੇ ਆ, ਨਾਨਕ ਆਇਆ ਸੋ ਪ੍ਰਵਾਨ ਹੈ, ਜੈ ਗੁਰਮੁਖ ਸੱਚ ਸਮਾਏ। ਗੁਰੂ ਦੇ ਰਾਹੀਂ ਸੱਚ ਸਮਾ ਜਾਏ, ਉਹ ਆ ਪ੍ਰਵਾਨ। ਉਹ ਪ੍ਰਵਾਨ ਹੈ। ਐਵੇਂ ਕੋਈ ਮਾੜੀ ਮੋਟੀ ਕਿਤੇ ਇੱਥੋਂ ਕਲਾਸ ਕਰ ਲਈ, ਉੱਥੋਂ ਪੜ੍ਹਾਈ ਕਰ ਲਈ, ਉਹ ਕਹਿੰਦੇ ਉਹਦਾ ਕੋਈ ਸਰਟੀਫਿਕੇਟ ਦੀ ਵੈਲਿਊ ਨਹੀਂ ਹੈਗੀ। ਯੂ ਡੋਂਟ ਨੋ। ਕਿਉਂਕਿ ਮੈਂ ਤੁਹਾਨੂੰ ਦੱਸਦਾ, 96 ਨਿੱਜਾ ਸਾਹਿਬ ਮੈਂ ਕੋਰਸ ਕਰ ਲਿਆ। ਸੱਜਣਾ ਨੇ ਬੜੇ ਖੁਸ਼, ਮੈਂ ਸੋਚਿਆ ਜਹਾਜ਼ ਦਾ ਕੈਪਟਨ ਬਣੂੰਗਾ, ਬਣੀ ਗੱਲ। ਡੈਡੀ ਨੇ ਵੀ 1.5 ਲੱਖ ਰੁਪਏ ਪਤਾ ਨਹੀਂ ਵਿਚਾਰੇ ਨੇ ਕਿੱਥੋਂ ਪੰਗੇ ਲੈ ਕੇ ਜ਼ਮੀਨ ਜਮੂਨ ਵੇਚ ਕੇ ਮੈਨੂੰ ਦਿੱਤੇ ਪੈਸੇ। ਉਹ ਮੈਂ ਕੋਰਸ ਲੈ ਕੇ ਬੰਬੇ ਗਿਆ, ਉਹ ਕਹਿੰਦੀ ਇਹ ਤੇ ਰਜਿਸਟਰਡ ਹੀ ਨਹੀਂ ਹੈਗਾ ਇੰਸਟੀਚਿਊਟ। ਮੈਂ ਇਹ ਤੇ ਹੋਇਆ 100 ਗੰਢੇ ਵੀ ਖਾਦੇ, ਨਾਲ ਡਾਂਗਾਂ ਵੀ ਖਾਧੀਆਂ, ਇਹਦਾ ਤਾਂ ਕੁਛ ਵੀ ਨਹੀਂ ਹੋਇਆ। ਬਾਣੀ ਕਹਿੰਦੀ ਆ ਕਿ ਗਿਆਨ ਵੀ ਉਹ ਪ੍ਰਾਪਤ ਕਰ ਜਿੱਥੇ ਕੋਈ ਸਟੈਂਪ ਲੱਗੀ ਹੋਈ ਆ। ਐਵੇਂ ਨਕਲੀ ਗਿਆਨ ਨਾ ਕਿਸੇ ਕੋ ਪ੍ਰਾਪਤ ਕਰ ਲਈ। ਮੇਰੇ ਵਾਂਗੂ ਫਿਰ ਸਰਟੀਫਿਕੇਟ ਲੈ ਕੇ ਜਾਇਓ, ਨੌਕਰੀ ਨਹੀਂ ਮਿਲਣੀ ਉਹਦੇ ਨਾਲ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਤੇ ਜੇ ਏਦਾਂ ਦੀ ਗੱਲ ਬਾਤ ਹੋਵੇ ਤੇ ਫਿਰ ਤੇ ਵੱਡੀਆਂ ਯੂਨੀਵਰਸਿਟੀਆਂ 'ਚ ਜਾਣ ਦੀ ਲੋੜ ਹੀ ਨਹੀਂ। ਫਿਰ ਗਲੀਆਂ 'ਚ ਬਥੇਰੇ ਇੰਸਟੀਚਿਊਟ ਹੈਗੇ, ਉੱਥੇ ਪੜ੍ਹ ਲਓ। ਪਰ ਤੁਹਾਨੂੰ ਵੀ ਪਤਾ ਹੈ ਉਹਦੀ ਕੋਈ ਵੈਲਿਊ ਨਹੀਂ ਹੈਗੀ। ਇਸ ਕਰਕੇ ਗਿਆਨ ਗੁਰੂਆਂ ਤੋਂ ਹੀ ਲੈਣਾ ਹੈ, ਛੋਟਾ ਮੋਟਾ ਗਿਆਨ ਨਹੀਂ ਲੈਣਾ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ ਪਲੀਜ਼। ਹਾਂ,
ਮਹੱਲਾ ਤੀਜਾ। ਆਪਣਾ ਆਪ ਨਾ ਪਛਾਣੇ ਮੂੜਾ, ਆਵਰਾਂ ਆਖ ਦੁਖਾਏ। ਹੁਣ ਮਾੜਾ ਮੋਟਾ ਕੋਈ ਧਾਰਮਿਕ ਹੋ ਜਾਂਦਾ ਹੈ, ਮਾੜਾ ਮੋਟਾ ਉਹ ਬਸ ਫਿਰ ਸ਼ੁਰੂ ਹੋ ਜਾਂਦਾ ਹੈ। ਬਸ ਉੱਠੋ ਸਾਰੇ, ਸਵੇਰੇ ਸਵੇਰੇ ਉੱਠੋ ਸਾਰੇ, ਨਹਾਓ, ਪਾਠ ਕਰੋ, ਆ ਕਰੋ, ਉਹ ਕਰੋ। ਕਹਿੰਦੇ ਆਪਣਾ ਆਪ ਤਾਂ ਪਛਾਣ ਨਹੀਂ ਰਿਹਾ, ਆਪਣੇ ਆਪ ਨੂੰ, ਤੇ ਤੂੰ ਆਪਣੇ ਅਵਗੁਣ ਦੇਖ ਨਹੀਂ ਰਿਹਾ, ਆਪਣੇ ਅੰਦਰ ਵੜ ਨਹੀਂ ਰਿਹਾ। ਮੂੜਾ ਕਹਿ ਰਹੇ ਆ, ਅਵਰਾ ਆਖ ਦੁਖਾਏ, ਦੂਜਿਆਂ ਨੂੰ ਜਿਹੜਾ ਦੁਖੀ ਕਰ ਰਹੇ ਹੈ। ਮੁੱਢੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਚੋਟਾਂ ਖਾਏ। ਕਹਿੰਦੇ ਤੇਰਾ ਇਹ ਸੁਭਾਅ ਜਿਹੜਾ ਹੈਗਾ, ਇਹ ਜਨਮਾਂ ਜਨਮਾਂ ਦਾ ਸੁਭਾਅ ਹੈਗਾ ਤੇਰਾ। ਇਹ ਦੂਸਰਿਆਂ ਦੇ ਅਵਗੁਣ ਫੋਲਣ ਦਾ ਜਨਮਾਂ ਜਨਮਾਂ ਦਾ ਤੇਰਾ ਸੁਭਾਅ ਹੈ, ਇਹ ਤੇਰਾ ਗਿਆ ਹੀ ਨਹੀਂ ਹੈਗਾ। ਔਰ ਨੇਰੇ ਦੇ ਵਿੱਚ ਹੈਗਾ ਆ, ਤੈਨੂੰ ਆਪ ਨੂੰ ਗਿਆਨ ਨਹੀਂ ਆ, ਆਪਣੇ ਅੰਦਰ ਤੈਨੂੰ ਪਤਾ ਨਹੀਂ ਆ ਕੀ ਚੱਲ ਰਿਹਾ ਹੈ। ਵਿਛੜ ਚੋਟਾਂ ਖਾਏ, ਔਰ ਉਹ ਮਾਲਕ ਪਰਮਾਤਮਾ ਤੋਂ ਜਿਹੜਾ ਹੈਗਾ ਵਿਛੜ ਕੇ ਔਰ ਇਹ ਮਾਇਆ ਦੀਆਂ ਚੋਟਾਂ ਖਾਈ ਜਾ ਰਿਹਾ, ਜਨਮਾਂ ਦੇ ਵਿੱਚ ਜਿਹੜਾ ਹੈਗਾ ਸਾਈਕਲ ਦੇ ਵਿੱਚ ਘੁੰਮੀ ਜਾ ਰਿਹਾ ਹੈ। ਹਾਂਜੀ ਵੀਰ ਜੀ। ਹਾਂਜੀ, ਕਹਿ ਰਹੇ ਨੇ ਕਿ ਆਪਣਾ ਆਪ ਨਾ ਪਛਾਣੇ ਮੂੜਾ, ਅਵਰਾ ਆਖ ਦੁਖਾਏ। ਦੂਜਿਆਂ ਨੂੰ ਜਿਹੜਾ ਹੈਗਾ ਤਕਲੀਫ ਦੇਣੀ ਸ਼ੁਰੂ ਕਰਤੀ। ਬਸ ਆਪਣੇ ਆਪ ਨੂੰ ਜਾਣੇ ਹੀ ਨਹੀਂ। ਹਾਂ, ਆਪਣੇ ਅਵਗੁਣ ਨਹੀਂ ਫੋਲਦਾ, ਦੂਜਿਆਂ ਨੂੰ ਦੇਖ ਰਿਹਾ ਬਸ। ਹਾਂ, ਤੇਰਾ ਧਿਆਨ ਗਲਤ ਜਗ੍ਹਾ ਤੇ ਸੱਜਣਾ। ਕੀ ਫਾਇਦਾ ਹੋਊਗਾ ਦੱਸੋ? ਦੂਜੇ 'ਚ ਨੁਕਸ ਕੱਢਣ ਦੇ ਨਾਲ ਤੁਹਾਨੂੰ ਕੀ ਮਿਲੇ? ਦੂਜੇ ਦੀ ਥਾਲੀ 'ਚ ਵੇਖਣ ਦੇ ਨਾਲ ਤੁਹਾਨੂੰ ਕੀ ਮਿਲੇ? ਤੁਹਾਡੀ ਥਾਲੀ ਤੇ ਨਹੀਂ ਨਾ ਭਰ ਜਾਣੀ। ਇਹ ਸਾਡੀ ਇੱਕ ਜ਼ਿੰਦਗੀ ਦੀ ਬਹੁਤ ਵੱਡੀ ਕਮਜ਼ੋਰੀ ਹੈ। ਹਮੇਸ਼ਾ ਹੀ ਕਹਿੰਦੇ ਜੇ ਕੋਈ ਗੁਣ ਵੇਖਣਾ ਹੈ ਨਾ ਤੇ ਦੂਜਿਆਂ 'ਚ ਵੇਖੋ। ਜੇ ਤੁਹਾਨੂੰ ਦੂਜਿਆਂ 'ਚ ਔਗਣ ਦੇਖਦੇ ਨਾ ਤੇ ਉਹ ਪਲੀਜ਼ ਆਪਣੇ ਆਪ 'ਚ ਦੇਖੋ, ਉਹ ਔਗਣ ਤੁਹਾਨੂੰ ਆਪਣੇ ਆਪ 'ਚ ਮਿਲ ਜਾਣ। ਬਸ ਇਹੀ ਤਾਂ ਮੁੱਢ ਦਾ ਸੁਭਾਅ ਹੈਗਾ, ਆਪਾਂ ਨੇ ਦੂਜੇ ਦੇ ਅਵਗੁਣ ਦੇਖਣੇ ਆ। ਆਹੀ ਕਹਿ ਰਹੇ ਆ, ਮੁੰਡੇ ਦੀ ਖਸਲਤ। ਇਹ ਮੁੱਢ ਦਾ ਸੁਭਾਅ ਆ, ਜਨਮ ਦਾ ਸੁਭਾਅ, ਵੀ ਦੂਜੇ ਦੇ ਅਵਗੁਣ ਦੇਖਣੇ ਆ। ਬਸ ਆਇਆ ਗੱਲ। ਹਾਂ, ਤੇ ਫਿਰ ਦੂਜੇ ਦੇ ਵੇਖਣ ਦੇ ਨਾਲ ਫਾਇਦਾ ਕੀ ਹੋਊਗਾ? ਹੁਣ ਜਦੋਂ ਮੈਨੂੰ ਕੋਈ ਸਵਾਲ ਨਹੀਂ ਆਉਂਦਾ ਤੇ ਮੈਂ ਨਿੱਜਰ ਦੇ ਸਵਾਲ 'ਚ ਨੁਕਸ ਕੱਢੀ ਜਾਵਾਂ ਕਿ ਨਿੱਜਰ ਸਵਾਲ ਨਹੀਂ ਆਉਂਦਾ, ਇਹਦੇ ਨਾਲ ਮੈਨੂੰ ਕੀ ਫਾਇਦਾ? ਬਿਲਕੁਲ। ਔਰ ਦੇਖੋ, ਅੰਧੇ ਵਿਛੜ ਚੋਟਾਂ ਖਾਏ। ਕਹਿੰਦੇ ਤੂੰ ਆਪਣੇ ਅਵਗੁਣ ਦੂਰ ਨਹੀਂ ਕਰ ਰਿਹਾ, ਤੇ ਜੇ ਅਵਗੁਣ ਹੈਗੇ ਤੇ ਫਿਰ ਤਾਂ ਪਰਮਾਤਮਾ ਦੇ ਨਾਲ ਤਾਂ ਮਿਲਾਪ ਹੋਣ ਦਾ ਕੋਈ ਚਾਂਸ ਹੀ ਨਹੀਂ ਨਾ। ਫਿਰ ਅਵਗੁਣ ਹੈਗੇ ਤੇ ਫਿਰ ਧਰਮਰਾਜ ਵੀ ਸਿਰ ਦੇ ਉੱਤੇ ਬਰਕਰਾਰ ਹੈਗਾ, ਤੇ ਵਿਛੜੇ ਰਵਾਂਗੇ ਆਪਾਂ ਔਰ ਜੂਨਾਂ ਦੇ ਵਿੱਚ ਘੁੰਮਾਂਗੇ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਅਗਲੀ ਦੋ ਕੋ ਬੋਲਦੇ ਸਤਿਗੁਰ ਕੇ ਭਾਣੇ ਪੈਨ। ਹਾਂ, ਸਤਿਗੁਰ ਕਹਿ ਭੈ। ਪਹਿਲਾਂ ਤਾਂ ਗੁਰੂ ਦੀ ਬਾਣੀ, ਜਿਹੜੀ ਗੁਰੂ ਦੀ ਮੱਤ ਆ, ਉਹਦਾ ਡਰ ਹੋਣਾ ਚਾਹੀਦਾ ਆਪਣੇ ਅੰਦਰ। ਉਹਦਾ ਆਪਾਂ ਨੂੰ ਪਤਾ ਲੱਗੇ ਵੀ ਮੈਂ ਜੂਨਾਂ ਦੇ ਵਿੱਚ ਭਟਕਣਾ ਹੈ ਭਾਈ, ਆਹ ਮਨੁੱਖੀ ਜੂਨ ਮਿਲੀ ਆ, ਜੂਨਾਂ ਨੂੰ ਸਟਾਪ ਕਰ ਸਕਦਾ ਹੈ ਤੂੰ। ਸਤਿਗੁਰ ਕੇ ਭੈ ਭੰਨ ਨਾ ਕੜਿਓ, ਇਹ ਭੰਨ ਕੇ ਕੱਢਣਾ ਪੈਣਾ ਹੈ ਦੁਬਾਰਾ। ਇਹ ਜਿਹੜਾ ਇਹਦੇ ਅਵਗੁਣ ਹੈਗੇ, ਇਹਦੇ ਅੰਦਰ ਜਿਹੜੀ ਬੈਡ ਹੈਬਿਟਸ ਹੈਗੀਆਂ, ਇਹ ਜਿਹੜੀਆਂ ਇਹਦੇ ਅੰਦਰ ਸੰਸਕਾਰ ਬਣੇ ਹੋਏ ਆ, ਇਹ ਜਿਹੜੀ ਆ ਘੜੀਏ ਸੁਰਤ ਮਤ ਮਨ ਬੁੱਧ, ਇਹ ਤਾਂ ਘੜਨੇ ਪੈਣੇ ਆ ਭਾਈ। ਇਹ ਸਤਿਗੁਰ ਕੇ ਭੈ ਭੰਨ ਨਾ ਘੜਿਓ, ਪਹਿਲਾਂ ਭੰਨੋ, ਭੰਨ ਕੇ ਘੜੋ ਦੁਬਾਰਾ। ਰਹੇ ਅੰਕ ਸਮਾਏ, ਤਾਂ ਤੂੰ ਉਹ ਮਾਲਕ ਦੇ ਅੰਕ ਦੇ ਵਿੱਚ ਸਮਾ ਸਕਦਾ ਹੈ ਭਾਈ। ਮਾਲਕ ਦੇ ਨਾਲ ਮਿਲਾਪ ਕਰ ਸਕਦਾ ਹੈ, ਆਪਣੀ ਆਤਮਾ ਨੂੰ ਦੇਖ ਸਕਦਾ ਹੈ। ਫਿਰ ਅਨਦਿਨ ਸਹਸਾ ਕਦੇ ਨਾ ਚੁੱਕੇ, ਬਿਨ ਸ਼ਬਦ ਦੁੱਖ ਪਾਏ। ਕਹਿੰਦੇ ਸਹਿਮ ਤੇਰੇ ਅੰਦਰ ਜਿਹੜਾ ਹੈਗਾ ਚਿੰਤਾ ਕਦੀ ਵੀ ਨਹੀਂ ਜਾਣੀ, ਹਰ ਰੋਜ਼ ਰਹੇਗੀ। ਬਗੈਰ ਧਿਆਨ ਸਿਮਰਨ ਦੇ, ਬਗੈਰ ਗੁਰੂ ਦੀ ਮੱਤ ਦੇ, ਬਿਨ ਸ਼ਬਦ ਦੁੱਖ ਪਾਏਗਾ ਭਾਈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਿ ਇਹਨੂੰ ਪਹਿਲਾਂ ਤੋੜ ਕੇ ਘੜਨਾ ਪਊਗਾ ਬਈ ਇਹਨੂੰ। ਹਾਂ, ਇਹ ਤੇ ਗੱਲ ਨਹੀਂ ਬਣੇਗੀ, ਪ੍ਰੋਬਲਮ ਹੋ ਜਾਏਗੀ। ਕਹਿੰਦੇ ਆਪ ਪਲੀਜ਼ ਸਾਧ ਸੰਗਤ ਜੀ ਧਿਆਨ ਨਾਲ ਸੋਚੋ। ਗੁਰੂ ਜੀ ਕਹਿ ਰਹੇ ਨੇ ਕਿ ਜੋ ਤੁਸੀਂ ਬਣਾ ਕੇ ਬੈਠੇ ਜੋ, ਇਹ ਸਹੀ ਨਹੀਂ ਹੈ, ਇਹਨੂੰ ਤੋੜੋ। ਹਾਂ, ਨਵਾਂ ਬਣਾਓ ਇਹਨੂੰ। ਕੋਈ ਚੀਜ਼ ਗਲਤ ਬਣ ਗਈ ਆ, ਜਿੱਦਾਂ ਪੇੜਾ ਗਲਤ ਨਹੀਂ ਹੋ ਜਾਂਦਾ ਵਿੰਗਾ ਟੇਢਾ। ਉਹ ਕਹਿੰਦੇ ਐਵੇਂ ਨਾ ਤੂੰ ਆਪਣੇ ਮਨ ਨੂੰ ਤਸੱਲੀ ਦੇ, ਇਹ ਬਰਾਬਰ ਨਹੀਂ ਹੈਗਾ, ਇਹਨੂੰ ਬਰਾਬਰ ਆਟੇ ਨੂੰ ਦੁਬਾਰਾ ਗੁੰਨ।
ਜੇ ਆਟਾ ਪਤਲਾ ਵਾ ਜਾਂ ਮੋਟਾ ਵਾ ਐਡਜਸਟ ਕਰ ਦੇ, ਦੁਬਾਰਾ ਪੇੜਾ ਬਣਾ, ਇਹਨੂੰ ਤੋੜ ਕੇ ਬਣਾ। ਕਿਉਂਕਿ ਤੇਰੇ ਹਿਸਾਬ ਨਾਲ ਉਹ ਸਹੀ ਆ, ਪਰ ਬਾਣੀ ਦੇ ਹਿਸਾਬ ਨਾਲ ਉਹ ਪੇੜਾ ਸਹੀ ਨਹੀਂ ਹੋ ਨਾ, ਗੜਬੜੇ ਉਹਦੇ ਚ। ਹਾਂ, ਇਸ ਕਰਕੇ ਉਹਨੂੰ ਦੁਬਾਰਾ ਰੀਟਰਾਈ ਕਰ। ਹਾਂ, ਤੂੰ ਆਪਣੇ ਆਪ ਨੂੰ ਐਵੇਂ ਨਾ ਲੈਟਰ ਦੇਈ ਜਾ ਕਿ ਮੈਂ ਬੜਾ ਧਾਰਮਿਕ ਤੇ ਮੈਂ ਫਲਾਨਾ ਤੇ ਮੈਂ ਢਿਮਕਾ। ਉਹ ਕਹਿੰਦੇ ਥੋੜਾ ਜਿਹਾ ਰੁਕ ਜਾ, ਬ੍ਰੇਕ ਮਾਰ, ਤੈਨੂੰ ਦਿਖਾਈਏ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਤੇਰੇ ਅੰਦਰ ਉਸੇ ਤਰ੍ਹਾਂ ਪ੍ਰਗਟ ਨੇ। ਬਿਲਕੁਲ। ਔਰ ਤੂੰ ਆਪਣੇ ਆਪ ਨੂੰ ਧਾਰਮਿਕ ਸਮਝੀ ਬੈਠਾ। ਤੂੰ ਧਾਰਮਿਕ ਨਹੀਂ ਹੈਗਾ, ਤੂੰ ਪਖੰਡੀ ਆ। ਬਿਲਕੁਲ ਗੋਰਖੀ ਸਾਹਿਬ, ਅਗਲੀ ਲਾਈਨ ਸੇਮ ਦੀ ਸੇਮ ਕਹਿ ਰਹੀ ਹੈ, ਕਾਮ, ਕ੍ਰੋਧ, ਲੋਭ, ਅੰਤਰ ਸਬਲਾ ਬੈਠੇ ਨਹੀਂ ਆ, ਉਹ ਤਾਂ ਤਾਕਤਵਰ ਹੋਏ ਪਏ ਆ। ਨਿਤ ਧੰਦਾ ਕਰਤ ਵਿਹਾਏ, ਬਸ ਤੇਰਾ ਤਾਂ ਕੰਮ ਹੀ ਹੈ ਦੁਨੀਆ ਦੇ ਪਦਾਰਥਾਂ ਦੇ ਭੋਗਾਂ ਦੇ ਵਿੱਚ, ਇਹ ਧੰਦਿਆਂ ਦੇ ਵਿੱਚ ਹੀ ਤੇਰਾ ਰੋਜ਼ ਦਾ ਰੂਟੀਨ ਆ, ਔਰ ਤੇਰਾ ਹਰ ਦਿਨ ਇਸੇ ਤਰ੍ਹਾਂ ਗੁਜ਼ਰ ਜਾਂਦਾ। ਹਾਂਜੀ ਵੀਰ ਜੀ। ਹਾਂ, ਉਹ ਕਹਿੰਦੇ ਤੇਰੇ ਪੇੜੇ ਨੂੰ ਮੈਂ ਕਲੈਰੀਫਾਈ ਕਰਦਾ ਕਿ ਤੇਰਾ ਪੇੜਾ ਬਰਾਬਰ ਨਹੀਂ ਹੈਗਾ, ਕਿਉਂਕਿ ਤੇਰੇ ਅੰਦਰ ਆ ਸਭ ਕੁਛ ਹੈਗਾ ਹੀ। ਤੂੰ ਕਿਹਨੂੰ ਧੋਖਾ ਦੇ ਰਿਹਾ? ਤੂੰ ਕੀ ਕਰ ਰਿਹਾ? ਬ੍ਰੇਕ ਮਾਰ, ਆਪਣੇ ਜੀਵਨ ਦਾ ਅਧਿਐਨ ਕਰ, ਤਾਂ ਜੋ ਬਿਮਾਰੀ ਦਾ ਜੜ ਤੱਕ ਪਹੁੰਚਿਆ ਜਾ ਸਕੇ। ਨਹੀਂ ਤੇ ਸੱਜਣਾ ਖੇਡ ਬੜੀ ਦੂਰ ਹੋ ਜਾਏਗੀ, ਬੜੀ ਲੰਮੀ ਚੌੜੀ ਹੋ ਜਾਏਗੀ। ਤੂੰ ਪਰੇਸ਼ਾਨ ਹੋ ਜਾਏਗਾ, ਦੁਖੀ ਹੋ ਜਾਏਗਾ, ਕਿਉਂਕਿ ਤੇਰੇ ਦੁੱਖਾਂ ਦਾ ਅੰਤ ਨਹੀਂ ਹੈ। ਜਿਹੜਾ ਤੂੰ ਰਸਤਾ ਤੇ ਜਾ ਰਿਹਾ ਨਾ, ਉਸ ਰਸਤੇ ਦੇ ਉੱਤੇ ਸੁੱਖ ਨਹੀਂ ਆ। ਨਾ ਨਾ ਨਾ, ਸੁੱਖ ਵੀ ਨਹੀਂ ਆ ਗੋਰਖੀ ਸਾਹਿਬ। ਔਰ ਦੂਸਰੀ ਚੀਜ਼ ਹੈਗੀ ਕਿ ਆਪਣੇ ਜਿਹੜੇ ਹੈਗੇ, ਅਗਲੀ ਲਾਈਨ ਦੇਖੋ, ਚਰਨ ਕਰ ਦੇਖਤ ਸੁਣ ਥੱਕੇ। ਦੇਖੋ, ਚਰਨ ਕਹਿੰਦੇ ਪੈਰਾਂ ਨੂੰ, ਕਰ ਕਹਿੰਦੇ ਹੱਥਾਂ ਨੂੰ, ਦੇਖਤ ਕਹਿੰਦੇ ਅੱਖਾਂ ਨੂੰ, ਸੁਣ ਕਹਿੰਦੇ ਕੰਨਾਂ ਨੂੰ। ਕਹਿੰਦੇ ਤੇਰੀਆਂ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਥੱਕ ਗਈਆਂ, ਕਮਜ਼ੋਰ ਪੈ ਗਈਆਂ, ਦੇਹ ਮੁੱਕੇ, ਤੇਰੇ ਦਿਨ ਬੀਜ ਮੁੱਕ ਗਏ ਆ, ਨੇੜੇ ਆਏ। ਨੇੜਾ ਆ ਗਿਆ ਭਾਈ, ਅੱਗਾ ਨੇੜਾ ਆਇਆ, ਬਸ ਪਿੱਛਾ ਰਿਹਾ ਦੂਰ। ਟਾਈਮ ਤੇਰਾ ਆ ਗਿਆ, ਹੁਣ ਤੇਰਾ ਜਿਹੜਾ ਹੈਗਾ ਪੇਪਰ ਜਿਹੜਾ ਹੈਗਾ ਖੋਹ ਲੈਣਾ ਉਹਨਾਂ ਨੇ, ਸਰੀਰ ਵੱਖ ਹੋ ਜਾਣਾ ਹੈ। ਦੇਖੋ ਕਿੰਨਾ ਜਿਹੜਾ ਜ਼ਬਰਦਸਤ ਗਿਆਨ ਹੈ ਗੁਰਕੀ ਸਾਹਿਬ। ਆਓ ਕਲੀਅਰ ਕਰਦੇ ਪਏ, ਪਰ ਇਹ ਤੁਕ ਪੜ੍ਹਨੀ ਕਿੰਨੇ? ਇਹਨਾਂ ਦੇ ਕਿਤੇ ਸੁਣਾਈ ਨਹੀਂ ਵਿਚਾਰਿਆਂ ਨੇ। ਉਹ 2-4 ਤੁਕਾਂ ਹੈਗੀਆਂ, ਬਸ ਉਹਨੂੰ ਹੀ ਪੜ੍ਹੀ ਜਾਂਦੇ। ਬਸ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ। ਇੱਕ ਤੁਕ ਹੋਰ ਹੈਗੀ ਆ ਕਿ ਆ ਕੇ ਸੁੱਖ ਮੀਤਾ, ਸੁਣਾ ਦੇ ਬਸ, ਕਿ ਜਿਹੜਾ ਪਿਛਲਾ ਤੇਰਾ ਜੀਵਨ ਲੰਘ ਗਿਆ ਠੀਕ ਆ, ਹੁਣ ਗਾਂ ਤੈਨੂੰ ਸੁੱਖ ਮਿਲ ਜੂਗਾ, ਪਰ ਸੁੱਖ ਮਿਲੂਗਾ ਕਿੱਥੋਂ? ਰੁੱਖ ਤੇ ਬੀਜਿਆ ਕੋਈ ਨਹੀਂ, ਛਾਂ ਕਿੱਥੋਂ ਆਊਗੀ? ਸਮਾਂ ਤੇਰਾ ਲਾਗੇ ਆ ਰਿਹਾ ਹੈ, ਔਰ ਤੂੰ ਲੰਮੀਆਂ ਤਾਣ ਕੇ ਬੈਠਾ ਹੈ। ਤੂੰ ਤੇ ਏਦਾਂ ਬੈਠਾ ਵਾ ਕਿ ਜਿੱਦਾਂ ਇੱਥੇ ਪੱਕਾ ਸਟੇ ਆ। ਰਤਨ ਟਾਟਾ ਵੇਖਿਆ ਚਿਹਰੇ ਦਾ, ਔਰ ਕੋਈ ਕੁਰਸੀ ਤੇ ਨਹੀਂ ਬੈਠਾ ਜਾਣ ਦਿਆ। ਸਰੀਰ ਕਮਜ਼ੋਰ ਹੋ ਗਿਆ, ਸਾਰੀ ਜ਼ਿੰਦਗੀ ਪੈਸੇ ਚ ਲੰਘ ਗਈ ਵਿਚਾਰੇ ਦੀ। ਇੰਨੀ ਜ਼ਿੰਦਗੀ ਬਿਜ਼ੀ, ਪ੍ਰਾਪਤੀ ਕੀ ਹੋਈ? ਇੱਥੇ ਰਹਿ ਜਾਣਾ ਸਾਰਾ ਕੁਛ ਉਹਦਾ ਵਿਚਾਰੇ ਦਾ। ਉਹਦੇ ਤੇ ਬੱਚਾ ਕੋਈ ਨਹੀਂ ਹੈਗਾ ਨਿਜਰ ਸਾਹਿਬ। ਬਿਲਕੁਲ ਹੈ, ਉਹ ਜਸਟ ਸੋਚੋ ਕਿ ਉਹ ਪੈਸਾ ਕੀ ਚੀਜ਼ ਹੁੰਦੀ ਹੈ। ਸੋ ਗੱਲਾਂ ਬਾਤਾਂ ਪਲੀਜ਼ ਧਿਆਨ ਦਿਆ ਕਰੋ, ਤੁਹਾਡਾ ਭਲਾ ਹੋ ਜਾਏਗਾ, ਤੁਹਾਡਾ ਜੀਵਨ ਸਫਲ ਹੋ ਜਾਏਗਾ। ਕੀ ਤਾਂ ਤੁਹਾਡੇ ਮਨ ਚ ਕਿਹੜੀ ਗੱਲ ਵੜ ਜਾਣੀ ਉਹ ਪਤਾ ਲੱਗਣ ਦਿਆ। ਇੱਕ ਸ਼ਬਦ ਤੁਹਾਡੇ ਅੰਦਰ ਵੜ ਗਿਆ ਤੇ ਜੀਵਨ ਬਦਲ ਜਾਣਾ। ਕੱਲਾ ਇੱਕ ਸ਼ਬਦ ਕਿ ਮੈਂ ਹੁਣ ਜੀਵਨ ਨੂੰ ਸਹੀ ਤਰੀਕੇ ਨਾਲ ਬਤੀਤ ਕਰਨਾ, ਇੰਨੀ ਗੱਲ ਤੇ ਹੈਗੀ, ਹੋਰ ਤੇ ਗੱਲ ਤਾਂ ਕੁਛ ਵੀ। ਫਿਰ ਅਗਲੇ ਬੰਨੇ ਬੋਲੋ ਨਿਜਰ ਸਾਹਿਬ। ਹਾਂ, ਕਹਿੰਦੇ ਸੱਚਾ ਨਾਮ ਨਾ ਲਗੋ ਮੀਠਾ, ਜਿਤ ਨਾਮ ਨਵਨਿਤ ਪਾਏ। ਕਹਿੰਦੇ ਤੈਨੂੰ ਜਿਹੜਾ ਹੈਗਾ ਸੱਚਾ ਨਾਮ ਜਿਹੜਾ ਹੈਗਾ ਮਿੱਠਾ ਹੀ ਨਹੀਂ ਲੱਗਿਆ। ਇਹ ਨਾਮ ਤੇਰੇ ਅੰਦਰ ਜਿਹੜਾ ਭਗਤੀ ਕਰਨ ਨੂੰ ਤੇਰੇ ਅੰਦਰ ਜਿਹੜਾ ਹੈਗਾ ਇੱਛਾ ਹੀ ਨਹੀਂ ਪੈਦਾ ਹੋਈ, ਤੇ ਉਹ ਨਾਮ ਕਿਵੇਂ ਪ੍ਰਗਟ ਕਰੇਗਾ ਭਾਈ? ਉਹ ਅੰਮ੍ਰਿਤ ਕਿਵੇਂ ਪੀਏਗਾ? ਨੌ ਨਿਧੀਆਂ ਜਿਹੜੀਆਂ ਨਾਮ ਹੈ ਨੌ ਨਿਧ ਪਾਏ, ਉਹ ਕਿਵੇਂ ਪਾਏਗਾ? ਦੱਸ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ, ਉਹ ਕਿਵੇਂ ਪ੍ਰਾਪਤ ਕਰੇਗਾ ਭਾਈ? ਤੈਨੂੰ ਤਾਂ ਉਹ ਨਾਮ ਦੇ ਵਾਸਤੇ ਤੈਨੂੰ ਜਿਹੜਾ ਹੈਗਾ ਤੇਰੇ ਮਨ 'ਚ ਜਿਹੜਾ ਹੈਗਾ ਉਹ ਤੇਰਾ ਮਨ ਮੰਨਿਆ ਹੀ ਨਹੀਂ ਉਸ ਪਾਸੇ ਜਾਣ ਵਾਸਤੇ। ਮਨ ਦੇ ਵਿੱਚ ਜਿਹੜਾ ਹੈਗਾ ਤੇਰੇ ਮਨ ਦੇ ਵਿੱਚ ਨਾ ਤੇਰੇ ਮਨ ਮੰਨਿਆ ਹੈਗਾ, ਨਾ ਤੇਰੇ ਅੰਦਰ ਜਿਹੜਾ ਹੈਗਾ ਭਗਤੀ ਕਰਨ ਨੂੰ ਪਿਆਰ ਪੈਦਾ ਹੋਇਆ। ਜੀਵਤ ਮਰੈ ਫੁਨ ਜੀਵੈ
ਤਾਂ ਮੁਖ ਅੰਤਰ ਪਾਏ। ਕਹਿੰਦੇ ਪਿਆਰਿਆ, ਜਿਉਂਦੇ ਸਵਾਦਾਂ ਦੇ ਵਿੱਚੋਂ ਮਰਨਾ ਪਊਗਾ। ਇਹ ਮਾਇਆ ਤੋਂ ਆਪਣੇ ਮਨ ਨੂੰ ਜਿਹੜਾ ਹੈਗਾ ਮਾਰਨਾ ਪਊਗਾ। ਜੀਵਤ ਮਰੇ, ਇਹ ਟਾਈਮ ਹੈ ਤੇਰੇ ਕੋਲ ਜਿਉਂਦੇ ਜੀ ਮਰਨਾ। ਇਹ ਟਾਈਮ ਮਨੁੱਖੀ ਜੂਨ ਮਰੇ ਫੁਨ ਜੀਵੇ। ਤਾਂ ਫਿਰ ਜਿਹੜਾ ਜੇ ਮਨ ਤੇਰਾ ਮਰ ਗਿਆ, ਮਨ ਤੇਰਾ ਕੰਟਰੋਲ ਆ ਗਿਆ, ਫਿਰ ਤੂੰ ਜਿਹੜਾ ਆਤਮਿਕ ਰੂਪ 'ਚ ਜਿਉਂਦਾ ਹੋ ਜਾਏਗਾ। ਅਤੇ ਤਾਂ ਫਿਰ ਜਿਹੜਾ ਹੈਗਾ ਤੂੰ ਮੁਕਤੀ ਪਾ ਲਏਗਾ ਭਾਈ, ਉਹ ਅੰਮ੍ਰਿਤ ਪਾ ਲਏਗਾ। ਹਾਂਜੀ ਵੀਰ ਜੀ। ਹਾਂਜੀ, ਮਰਨਾ ਤੇ ਪਊਗਾ। ਭੋਗਾਂ ਦੇ ਪ੍ਰਤੀ ਜਿਹੜਾ ਸਾਡਾ ਇੰਟਰਸਟ ਹੈ, ਜਿਹੜਾ ਸਾਨੂੰ ਸਵਾਦ ਆਉਂਦਾ ਹੈ, ਉਹ ਸਾਰੇ ਭੋਗ ਮਰ ਜਾਣੇ। ਵਿਰਾਗ ਆ ਜਾਣਾ। ਵਿਰਾਗ ਇੱਕ ਸ਼ਕਤੀ ਹੈ ਬੜੀ ਪਾਵਰਫੁਲ, ਜਿਹੜੀਆਂ ਇੰਦਰੀਆਂ ਇੱਥੇ ਬੇਲਗਾਮ ਹੋ ਕੇ ਇੱਥੇ ਭੋਗਾਂ ਨੂੰ ਭੋਗੀ ਜਾ ਰਹੀਆਂ ਸੀ। ਸਫ਼ਰ ਬੰਦ ਹੋ ਗਿਆ ਸੀ, ਗਤੀ ਨਹੀਂ ਹੋ ਰਹੀ। ਮੈਂ ਤੇ ਗੱਡੀ ਤੋਂ ਉਤਰ ਕੇ ਖਲੋਤਾ, ਕਿਤੇ ਆ ਸਮੋਸੇ ਖਾਣੇ ਆ, ਕਿਤੇ ਕਚੌਰੀਆਂ ਖਾਣੇ ਆ, ਕਿਤੇ ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਹੈ, ਹੰਕਾਰ ਹੈ। ਮੈਂ ਤੇ ਵੇਖਿਆ ਨਹੀਂ ਕਿ ਗੱਡੀ ਤੇ ਚਰਨਜੀਤ ਤੇਰੀ ਉੱਥੇ ਰੁਕ ਗਈ, ਬਲੌਕ ਹੋ ਗਿਆ ਰਸਤਾ, ਤੇ ਤੂੰ ਔਰ ਮੈਂ ਇੱਥੇ ਖੁਸ਼ ਹੋਣਾ। ਬੜੀ ਪ੍ਰੋਬਲਮ ਹੈ। ਬ੍ਰਹਮ ਗਿਆਨੀ ਕਹਿ ਰਹੇ ਕਿ ਚਰਨਜੀਤ ਤੂੰ ਕੀ ਕਰ ਰਿਹਾ ਯਾਰ, ਤੂੰ ਗੱਡੀ ਖਿਲਾਰੀ ਹੋਈ ਹੈ 40 50 60 ਸਾਲ 70 ਸਾਲ, ਉਹ ਤੂੰ ਗੱਡੀ ਉੱਥੇ ਖਿਲਾਰ ਕੇ ਬੈਠਾ ਹੈ। ਤੂੰ ਗੱਡੀ ਨੂੰ ਮੂਵ ਔਨ ਨਹੀਂ ਕਰੇਗਾ, ਤੂੰ ਉਹਨੇ ਚਲਾਏਗਾ ਨਹੀਂ। ਜਿਹੜੇ ਕੰਮ ਲਈ ਤੂੰ ਆਇਆ, ਮਾਨਸ ਜਨਮ ਦੁਰਲੱਭ ਆ, ਤੂੰ ਕੀ ਕਰ ਕੀ ਰਿਹਾ? ਤੂੰ ਗੱਡੀ ਨੂੰ ਰੇੜੇ ਨਹੀਂ, ਉੱਥੇ ਖਿਲਾਰ ਛੱਡੀ ਨਿੱਜਰ ਸਾਹਿਬ। ਸਗੋਂ ਉੱਥੇ ਜੰਗਾਲ ਪੈ ਗਿਆ ਗੱਡੀ ਨੂੰ। ਹੁਣ ਗੁਰੂ ਗ੍ਰੰਥ ਸਾਹਿਬ ਜਿੱਥੇ ਰੌਲਾ ਪੈ ਗਿਆ ਪੂਰਾ ਕਿ ਤੂੰ ਕੀ ਕਰ ਰਿਹਾ? ਤੂੰ ਹੀਰੇ ਜਿਹਾ ਜਨਮ ਕੌਡੀ ਬਦਲੇ ਜਾਏ। ਉਹ ਤੂੰ ਕੀ ਕਰ ਰਿਹਾ ਹੈ? ਤੂੰ ਕਰਨਾ ਕੀ ਹੈ? ਤੈਨੂੰ ਕਿਸ ਕੰਮ ਲਈ ਭੇਜਿਆ? ਬਾਣੀ ਚ ਤੇ ਰੌਲਾ ਪਿਆ, ਇੰਨੇ ਗ੍ਰੰਥ ਲਿਖੇ ਗਏ, ਇੰਨੇ ਬ੍ਰਹਮ ਗਿਆਨੀ ਆਏ ਨੇ, ਤੈਨੂੰ ਕਿੰਨਾ ਸਮਝਾ ਕੇ ਗਏ ਆ। ਤੂੰ ਬਾਣੀ ਸੁਣਦਾ ਹੈ, ਇੱਕ ਕੰਨ ਥਾਣੀ ਸੁਣਦਾ ਹੈ, ਦੂਜੇ ਕੰਨ ਥਾਣੀ ਬਾਹਰ ਕੱਢਦਾ ਹੈ, ਤੇ ਇੱਕ ਤੇਰਾ ਇਹ ਵੀ ਸੁਭਾਅ ਬਣ ਗਿਆ, ਕੰਨ ਥਾਣੀ ਸੁਣਦਾ ਤੇ ਮੂੰਹ ਥਾਣੀ ਬਾਹਰ ਕੱਢੀ ਜਾਂਦਾ ਹੈ। ਉਹ ਗੱਲਾਂ ਤੇਰੇ ਲਈ ਨੇ, ਨਾ ਕਿ ਲੋਕਾਂ ਨੂੰ ਸੁਣਾ ਕੇ ਫੀਲਿੰਗ ਨਾ ਲਈ ਜਾ। ਤੂੰ ਬ੍ਰਹਮ ਗਿਆਨੀ ਨਾ ਬਣ, ਝੂਠਾ ਲਗੋਟ ਸੰਖ ਨਾ ਬਣ ਜਾ। ਉਹ ਜੇ ਤੂੰ ਸੁਣੀ ਗੱਲ ਤੇ ਉਹਨੂੰ ਆਪਣੇ ਜੀਵਨ ਚ ਲੈ ਕੇ ਜਾ, ਉਹਨੂੰ ਇੰਪਲੀਮੈਂਟ ਕਰ। ਕੀ ਕਰ ਰਿਹਾ ਤੂੰ? ਔਰ ਤੈਨੂੰ ਬੋਲਣ ਦੇ ਨਾਲ ਕੀ ਮਿਲੇਗਾ? ਜਿਹੜੀ ਗੱਲ ਤੂੰ ਖੁਦ ਨਹੀਂ ਕੀਤੀ। ਬਾਣੀ ਕਹਿੰਦੀ ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਤੂੰ ਕੀ ਕਰ ਰਿਹਾ? ਅਵਰ ਦੂਜੇ ਨੂੰ ਉਪਦੇਸ਼ ਕਰ ਰਿਹਾ। ਉਹ ਸਬਕ ਤੇ ਤੇਰੇ ਲਈ ਸੀ। that the ਸਬਕ is only for you। ਇੱਥੇ ਮੇਰੇ ਵਰਗੇ ਜਾਂਦੇ ਨੇ, ਉੱਥੋਂ ਮੁੱਖ ਵਾਗ ਦਾ ਲੈ ਕੇ ਨਿੱਜਾ ਸਾਹਿਬ ਦੇ ਮੈਸੇਜ ਤੇ ਮੈਸੇਜ ਦੁਨੀਆ ਨੂੰ ਫਾਰਵਰਡ ਕਰੋ, ਲੋਕਾਂ ਨੂੰ ਗਿਆਨ ਕਰਾ ਦਿਓ। ਏਦਾਂ ਪੜਨ ਦੇ ਨਾਲ ਸਾਰੇ ਬ੍ਰਹਮ ਗਿਆਨੀ ਪ੍ਰਜਾਦੀ ਦੁਨੀਆ ਇਸੇ ਚੱਕਰਾਂ 'ਚ ਬੈਠੀ ਹੈ। ਮੈਸੇਜ ਦੇ ਤੇ ਦੇ, ਆਹ ਹੈ ਰੱਬ, ਇਹ ਹੈ ਬ੍ਰਹਮ, ਏਦਾਂ ਕਰਦਾ ਹੈ ਰੱਬ, ਓਦਾਂ ਕਰਦਾ ਹੈ। ਉਹ ਭੋਲਿਆ, ਤੂੰ ਉਹ ਚੀਜ਼ ਨੂੰ ਜਾਣਿਆ। ਉਹ ਤਾਂ ਆਪਣੀ ਵਡਿਆਈ ਆ ਮੈਸੇਜ ਤੇ ਮੈਸੇਜ। ਆਪਣੀ ਵਡਿਆਈ ਚਾਹੁੰਦਾ ਇਨਸਾਨ। ਮੈਂ ਫਾਰਵਰਡ ਕਰ ਰਿਹਾ ਵੀ ਜਿਵੇਂ ਜਿਹੜਾ ਹੈਗਾ ਇਹੀ ਜਿਹੜਾ ਹੈਗਾ ਇਹੀ ਆਪਣੇ ਵੱਲੋਂ ਜਿਹੜਾ ਇਹਦੇ ਕੋਲੋਂ ਹੀ ਜਿਹੜੀ ਇਹ ਬਾਣੀ ਪੈਦਾ ਹੋ ਰਹੀ ਹੈ। ਬਸ ਹੁਣ ਦਾ ਮੈਨੂੰ ਪਤਾ ਨਹੀਂ, ਸ਼ਾਇਦ ਲੋਕ ਸੁਧਰ ਗਏ ਹੋਣ। ਬਹੁਤ ਸਾਲ ਪਹਿਲਾਂ ਦੀ ਗੱਲ ਹੈ। ਮੈਂ ਸ਼ਹੀਦੀ ਜਦੋਂ ਬਾਬਾ ਸ਼ਹੀਦੀ ਮੱਥਾ ਟੇਕਦਾ ਸਾਂ, ਉੱਥੇ ਗੁੜਕੇ ਸਾਹਿਬ 'ਚ ਲਿਖਿਆ ਹੈ, ਨਿੱਜਰ ਸਾਹਿਬ ਗੁੜਕੇ ਸਾਹਿਬ 'ਚ ਨਾ ਪਰਚੀਆਂ ਪਾ ਦਿੰਦੇ ਸੀ ਇਹ ਲੋਕ। ਅੱਜ ਤੁਸੀਂ ਚੌਪਈ ਸਾਹਿਬ ਦੇ 5 ਪਾਠ ਕਰਨੇ ਤੇ ਏਦਾਂ ਦੀਆਂ ਪਰਚੀਆਂ ਲਿਖ ਕੇ 10 ਗੁੜਕਿਆਂ 'ਚ ਹੋਰ ਪਾਉਣੀਆਂ ਨਿੱਜਰ ਸਾਹਿਬ। ਲੈ, ਉਹ 'ਚੋਂ ਇੱਕ ਦੀ ਮੁਰਗੀ ਤੇ ਫਾਸੀ ਜਾਂਦੀ। ਹੁਣ 10 ਨੇ ਪੜ੍ਹਿਆ, ਉਹਨੇ 10 ਪਰਚੀਆਂ ਬਣਾ ਦਿੱਤੀਆਂ ਕਿ 5 ਵਾਰੀ ਚੌਪਈ ਸਾਹਿਬ ਦਾ ਪਾਠ ਕਰੋ। ਪਤਾ ਲੱਗਿਆ ਤੇ ਨਿੱਜਰ ਸਾਹਿਬ ਉੱਥੇ 200-400 ਬੰਦਾ ਪੜ੍ਹਦੇ ਆ, ਕਿਉਂਕਿ ਪਰਚੀਆਂ ਪੜ੍ਹ ਲਈਆਂ। ਉਹ ਫਿਰ ਬਾਬੇ ਨੇ ਕੱਢੀਆਂ ਹੋਣੀਆਂ ਪਰਚੀਆਂ ਵਿੱਚੋਂ, ਕਿਸੇ ਨੇ ਕੀਤੇ ਹੋਣੇ ਆ ਗਿਆ, ਤਾਂਹੀਓ ਤੇ ਰੁਕਿਆ ਹੋਣਾ ਕੰਮ, ਨਹੀਂ ਤੇ ਰੁਕਣਾ ਹੀ ਨਹੀਂ ਸੀ। ਉਹ ਏਦਾਂ ਦੇ ਲੋਕ ਨੇ ਮੂਰਖ ਕਿ ਉਹ ਅਗਿਆਨ ਫੈਲਾਉਂਦੇ ਨੇ, ਅਗਿਆਨ ਨੂੰ ਪ੍ਰਮੋਟ ਕਰੀ ਜਾਂਦੇ। ਬਾਣੀ ਮਨਾ ਕਰ ਰਹੀ, ਦੇਖੋ ਜੀ, ਕਹਿੰਦੇ ਕਿ ਤੈਨੂੰ ਮਿੱਠਾ ਨਹੀਂ ਲੱਗਣਾ। ਕਿਉਂ ਨਹੀਂ ਲੱਗਣਾ? ਕਿਉਂਕਿ ਤੂੰ ਸਵਾਦ ਨਹੀਂ ਵਿਖਾਇਆ, ਨਾਮ ਛੱਡਿਆ, ਤੂੰ ਹੋਰ ਹੀ ਚਖੀ ਜਾਂਦੇ, ਵੇਖ ਖਾਈ ਜਾਂਦਾ ਸੂਰ ਦੇ ਵਾਂਗੂ। ਇਹ ਕਹਿੰਦੇ ਜੀਵਤ ਮਰੇ, ਜੀਵਤ ਮਾਰਨਾ ਪੈਣਾ। ਮਰਨਾ ਜੀਵਤ, ਮਰਨਾ ਮਤਲਬ
ਜਦੋਂ ਮੈਂ ਮਰ ਜਾਵਾਂਗਾ ਨਾ, ਉਸ ਤੋਂ ਬਾਅਦ ਹੀ ਤੈਨੂੰ ਪ੍ਰਗਟ ਹੋਣਾ ਹੈ ਸੱਚ ਨੇ। ਮੇਰਾ ਹੋਣਾ ਹੀ ਪ੍ਰੋਬਲਮ ਹੈ। ਜਦੋਂ ਮੈਂ ਪਿੱਛੇ ਹੋ ਗਿਆ ਨਾ, ਚੇਤਨਾ ਚ ਗਿਆ, ਮੈਨੂੰ ਗਿਆਨ ਹੋ ਗਿਆ। ਆ ਸਮਾਧੀ ਚ ਆਪਾਂ ਕੀ ਵਿੰਦੇ ਪਏ ਜਾ ਕੇ ਕਿ ਮੈਂ ਤੇ ਹੈਗਾ ਵੀ ਨਹੀਂ ਆ, ਇਹ ਤੇ ਹੋਰ ਹੀ ਕੁਝ ਹੈਗਾ। ਉੱਥੇ ਚੇਤਨਾ ਦਾ ਕੰਮ ਹੈ। ਮੈਂ ਤੇ ਜਸਟ ਨਥਿੰਗ, ਇੱਕ ਪਾਣੀ ਦਾ ਬੁਲਬੁਲਾ ਹਾਂ, ਇਸ ਤੋਂ ਜ਼ਿਆਦਾ ਕੁਛ ਵੀ ਨਹੀਂ। ਕੋਈ ਮੇਰੀ ਕੋਈ ਜ਼ਿਆਦਾ ਹੈਸੀਅਤ ਨਹੀਂ ਹੈਗੀ। ਫਿਰ ਕਹਿੰਦੇ ਆ ਨਿਜ ਸਾਹਿਬ ਕੇ ਬੋਲਦੇ, ਤੁਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ। ਕਹਿੰਦੇ ਤੁਰੋਂ ਮਾਲਕ ਪਰਮਾਤਮਾ ਦੀ ਬਖਸ਼ਿਸ਼, ਕਰਮ ਦਾ ਮਤਲਬ ਬਖਸ਼ਿਸ਼। ਕਰਮ ਜਿਹੜਾ ਮਾਲਕ ਦੀ ਬਖਸ਼ਿਸ਼ ਕਿਵੇਂ ਹੋਣੀ ਆ? ਜੇ ਮਾਲਕ ਜੋ ਕਹਿ ਰਿਹਾ ਆ, ਜੋ ਐਕਸ਼ਨ ਕਰਮ ਕਰਨ ਨੂੰ ਕਹਿ ਰਿਹਾ ਆ, ਉਹ ਤਾਂ ਤੂੰ ਲਿਆ ਹੀ ਨਹੀਂ ਆ। ਉਹ ਤਾਂ ਤੂੰ ਉਹ ਕੰਮ ਤਾਂ ਕਰ ਹੀ ਨਹੀਂ ਰਿਹਾ। ਜੋ ਮਨੁੱਖੀ ਜੂਨ ਮਾਲਕ ਨੇ ਦਿੱਤੀ ਹੈ, ਤੇ ਮਾਲਕ ਉਸ ਮਨੁੱਖੀ ਜੂਨ ਦੇ ਵਿੱਚ ਕੁਝ ਚਾਹੁੰਦਾ ਆ। ਜੇ ਨਹੀਂ ਕਰਦੇ ਆ ਤੇ ਤਾਂ ਆਪਾਂ ਜੂਨਾਂ 'ਚ ਜਾਂਦੇ ਆ। ਜੋ ਮਾਲਕ ਕਹਿ ਰਿਹਾ ਆ ਉਹ ਕੰਮ ਨਹੀਂ ਕੀਤਾ। ਧੁਰੋਂ ਜਿਹੜੇ ਜੋ ਕੰਮ ਵਾਸਤੇ ਆਪਾਂ ਆਏ ਆ ਮਨੁੱਖ ਜੂਨ ਦੇ ਵਿੱਚ, ਉਹ ਕੰਮ ਨਹੀਂ ਕੀਤਾ। ਤੁਰੇ ਕਰਮ ਨਾ ਪਾਇਓ, ਉਹ ਕੰਮ ਨਹੀਂ ਕੀਤਾ ਆਪਾਂ ਨੇ। ਪ੍ਰਾਣੀ ਵਿਣ ਕਰਮਾ ਕਿਆ ਪਾਏ। ਕਹਿੰਦੇ ਹੁਣ ਤੂੰ ਦੱਸ ਦੇ, ਆ ਜੋ ਮਾਲਕ ਕਹਿ ਰਿਹਾ ਆ ਬਈ ਆ ਭਗਤੀ ਕਰਨੀ ਜਿਹੜੀ ਹੈਗੀ ਆ, ਆਪਣੇ ਵਿਚਾਰ ਬੰਦ ਕਰਨੇ, ਆ ਜਿਹੜਾ ਹੈਗਾ ਆਪਣੇ ਅੰਦਰ ਵੜਨਾ, ਇਹ ਮਾਇਆ ਜਿਹੜੀ ਪਾਈ ਹੋਈ ਹੈ ਇਹਨੂੰ ਸੰਕੋਚ ਕੇ ਲੈਣਾ। ਤੇ ਹੁਣ ਦੱਸ ਤੂੰ ਤੂੰ ਕੀ ਪ੍ਰਾਪਤ ਕਰੇਗਾ? ਹੁਣ ਦੱਸ। ਵਿਣ ਕਰਮਾ ਕਿਆ ਪਾਏ। ਕਿਰਤ ਕਰਮ ਕੇ ਵਿਛੜੇ। ਹੁਣ ਜਿਹੜੇ ਉਹ ਕਿਰਤ ਕਰਮ ਹੈ ਕਿ ਜਿਹੜੇ ਕਰਮ ਹੈਗੇ, ਆਪਣੇ ਕਰਮਾਂ ਨੂੰ ਜੇ ਆਪਾਂ ਨਹੀਂ ਸੁਧਾਰਾਂਗੇ ਪਾਏ, ਤੇ ਫਿਰ ਆਪਾਂ ਕਾਹਦੀ ਕੀ ਪ੍ਰਾਪਤੀ ਕਰਾਂਗੇ ਭਾਈ। ਇਸ ਕਰਕੇ ਗੁਰ ਕਾ ਸ਼ਬਦ ਸਮਾਲ ਤੂੰ ਮੂੜੇ, ਗਤ ਮਤ ਸ਼ਬਦੇ ਪਾਏ। ਕਹਿੰਦੇ ਗੁਰੂ ਬ੍ਰਹਮ ਗਿਆਨੀ ਜੋ ਕਹਿ ਰਹੇ ਉਹਨਾਂ ਦੀ ਮਤ ਲੈ ਲਾ, ਔਰ ਜੋ ਬ੍ਰਹਮ ਗਿਆਨੀਆਂ ਦੀ ਮਤ ਕਰਨ ਨੂੰ ਕਹਿ ਰਹੀ ਆ ਉਹ ਕੰਮ ਕਰ। ਉਹ ਕੰਮ ਧਿਆਨ ਸਿਮਰਨ ਭਗਤੀ ਕਰ। ਹੇ ਮੂਰਖਾ, ਗਤ ਮਤ ਸ਼ਬਦੇ ਪਾਏ। ਉੱਚੀ ਅਵਸਥਾ ਤੇ ਉੱਚੀ ਮਤ, ਇਹ ਇਸੇ ਦੇ ਨਾਲ, ਇਹ ਸ਼ਬਦ ਦੇ ਨਾਲ ਹੀ ਉੱਚੀ ਅਵਸਥਾ ਤੇ ਉੱਚੀ ਮਤ ਹੋਣੀ ਹੈ ਤੇਰੀ ਭਾਈ। ਇਹ ਭਗਤੀ ਕਰਨ ਦੇ ਨਾਲ ਔਰ ਗੁਰੂ ਦੀ ਮਤ ਲੈਣ ਦੇ ਨਾਲ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਔਰ ਗੁਰੂ ਦੀ ਮੱਤ ਜਿਹੜੀ ਹੈਗੀ ਉਹ ਵੀ ਤਾਂ ਹੀ ਮਿਲਣੀ ਆ, ਤਾਂ ਹੀ ਆਪਾਂ ਲੈ ਸਕਦੇ। ਜਿੰਨਾ ਮਰਜ਼ੀ ਸੁਣ ਲਓ ਬਾਣੀ ਨੂੰ, ਜਿੰਨਾ ਮਰਜ਼ੀ ਪਾਠ ਕਰ ਲਓ, ਜਦ ਤੱਕ ਜਿਹੜੇ ਹੈਗੇ ਆਪਣੀ ਮੱਤ ਨਹੀਂ ਛੱਡਾਂਗੇ, ਆਪਾਂ ਆਪਣੇ ਅੰਦਰ ਜਿਹੜੀ ਹੈਗੀ ਹੈ ਜਗ੍ਹਾ ਨਹੀਂ ਬਣਾਵਾਂਗੇ, ਤਦ ਤੱਕ ਤਾਂ ਜਿਹੜਾ ਹੈਗਾ ਕਹਿੰਦੇ ਸਤਿਗੁਰ ਗੁਰੂ ਦੀ ਮੱਤ ਤਾਂ ਆਉਣੀ ਨਹੀਂ ਪਾਈ। ਗੁਰੂ ਵਾਲਾ ਤਾਂ ਤੂੰ ਹੋਣਾ ਨਹੀਂ ਹੈ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਆ ਦੇਖੋ ਕੰਡੀਸ਼ਨ ਲੱਗੀ ਹੋਈ ਆ। ਆਪਾਂ ਕਹੀਏ ਵੀ ਅੰਮ੍ਰਿਤ ਛਕ ਲਿਆ ਜੀ, ਅਸੀਂ ਤਾਂ ਗੁਰੂ ਵਾਲੇ ਹੋ ਗਏ, ਬਾਣੀ ਤਾਂ ਨਹੀਂ ਮੰਨਦੀ ਪਾਏ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਆ ਕੰਡੀਸ਼ਨ ਲੱਗੀ ਹੋਈ ਆ। ਆਪਣੀ ਮਤ ਛੱਡੇ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਕਿਹੜਾ ਪਲ ਕੇ ਗੁਰ ਸਤਿਗੁਰ ਕਾ ਸਿੱਖ ਖਾਏ, ਪਲ ਕੇ ਉਠੇ ਹਰ ਨਾਮ ਧਿਆਵੈ। ਜਿਹੜਾ ਧਿਆਨ ਦੇ ਵਿੱਚ ਜਾਂਦਾ ਉਹ ਤਾਂ ਸਿੱਖ ਅਖਵਾ ਸਕਦਾ ਭਾਈ, ਨਹੀਂ ਤਾਂ ਸਿੱਖ ਨਹੀਂ ਅਖਵਾ ਸਕਦੇ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਨਿਜਰ ਸਾਹਿਬ, ਅੱਗੇ ਚਲੀਏ। ਬਸ ਅੱਗੇ ਪੌੜੀ ਆ ਗਈ ਜੀ। ਪੌੜੀ, ਜਿਸ ਦੇ ਚਿੱਤ ਵਸਿਆ ਮੇਰਾ ਸੁਆਮੀ, ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲ ਦਾ ਲੋੜੀਏ। ਬਸ ਜਿਹਦਾ ਮਨ ਮੰਨ ਗਿਆ, ਦੇਖ ਲਓ ਚਿੱਤ ਦੇ ਵਿੱਚ ਵਸ ਗਿਆ, ਮਾਲਕ ਦੇ ਨਾਲ ਪਿਆਰ ਪੈ ਗਿਆ, ਭਗਤੀ ਦੇ ਨਾਲ ਪਿਆਰ ਪੈ ਗਿਆ। ਕਹਿੰਦੇ ਉਹਨੂੰ ਕਾਹਦਾ ਕਿਸੇ ਗੱਲ ਦਾ ਅੰਦੇਸਾ ਹੋਊਗਾ ਭਾਈ। ਉਹਨੂੰ ਕਾਹਦਾ, ਕਿਹੜੀ ਚਿੰਤਾ ਹੋਏਗੀ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸ ਨੂੰ ਧਿਆਇਂਦਿਆਂ ਕਿਵ ਨਿਮਕ ਘੜੀ ਮੂੰਹ ਮੋੜੀਏ। ਕਹਿੰਦੇ ਉਹ ਮਾਲਕ ਪਰਮਾਤਮਾ ਉਹ ਸੁੱਖਾਂ ਦਾ ਦਾਤਾ ਹੈ ਭਾਈ। ਸਾਰਾ ਕੁਛ ਠੀਕ ਕਰਨ ਦਾ ਹੈਗਾ ਉਹ ਮਾਲਕ ਪਰਮਾਤਮਾ। ਸਭਨਾ ਗੱਲਾਂ ਦਾ, ਸੁੱਖਾਂ ਦਾ, ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਸਾਰੇ ਟਰਬਲ ਜਿੰਨੇ ਵੀ ਹੈਗੇ ਉਹ ਸਾਰਾ ਕੁਛ ਠੀਕ ਕਰਨ ਵਾਲਾ ਮਾਲਕ ਪਰਮਾਤਮਾ ਹੈਗਾ। ਤਿਸ ਨੂੰ ਧਿਆਇਂਦਿਆਂ ਕਿਵ ਨਿਮਕ ਘੜੀ ਮੂੰਹ ਮੋੜੀਏ। ਕਹਿੰਦੇ ਉਹਦੇ ਧਿਆਨ ਸਿਮਰਨ 'ਚ ਜਾਣ ਤੋਂ ਕਿਉਂ ਸੰਕੋਚ ਕਰੀਏ ਭਾਈ। ਇੱਕ ਨਿਮਕ ਘੜੀ ਵੀ ਕਿਉਂ ਜਿਹੜਾ ਹੈਗਾ
ਭਗਤੀ ਕਰਨ ਤੋਂ ਜਿਹੜਾ ਹੈਗਾ ਆਪਾਂ ਪਿੱਛੇ ਹਟੀਏ। ਜਿਨੇ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ, ਮੂੰਹ ਜੋੜੀਏ। ਕਹਿੰਦੇ ਜਿਸਨੇ ਵੀ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕੀਤਾ ਉਹਦੇ ਸਾਰੇ ਦੇ ਸਾਰੇ ਕਲਿਆਣ ਹੋ ਗਏ, ਉਹਦੇ ਸਾਰੇ ਦੇ ਸਾਰੀਆਂ ਹਰ ਚੀਜ਼ ਰਾਸ ਆ ਗਈ। ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ, ਮੂੰਹ ਜੋੜੀਏ। ਆ ਦੇਖੋ ਕੀ ਕਹਿ ਰਹੇ ਮਹਾਰਾਜ, ਸੰਤਾਂ ਦੀ, ਸੰਤ ਜਨਾਂ ਦੀ, ਭਗਤਾਂ ਦੀ ਸੰਗਤ ਦੇ ਵਿੱਚ ਜਾਈਏ ਔਰ ਉਹਨਾਂ ਦੇ ਨਾਲ ਜਿਹੜਾ ਹੈਗਾ ਮੂੰਹ ਜੋੜੀਏ ਦਾ ਮਤਲਬ ਉਹਨਾਂ ਤੋਂ ਗਿਆਨ ਲਈਏ, ਉਹਨਾਂ ਦੇ ਨਾਲ ਗੱਲਬਾਤ ਕਰੀਏ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਏ। ਇਸ ਤਰੀਕੇ ਦੇ ਨਾਲ ਜਿਹੜੇ ਆ ਕੰਮ ਜੋ ਉੱਪਰ ਦੱਸਿਆ ਆ, ਇਸ ਤਰੀਕੇ ਨਾਲ ਭਗਤੀ ਕਰਦੇ ਆ ਔਰ ਸੰਗਤ ਕਰਦੇ ਆ, ਤੇ ਉਹਨਾਂ ਦੇ ਦੁੱਖ ਤੇ ਭੁੱਖ ਤੇ ਸਾਰੇ ਦੇ ਸਾਰੇ ਰੋਗ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੇ ਚਲੇ ਜਾਂਦੇ ਆ। ਔਰ ਉਹ ਸੇਵਕ ਜਿਹੜਾ ਹੈਗਾ ਉਹ ਸੇਵਕ ਆ, ਔਰ ਉਹਦੇ ਸਾਰੇ ਮਾਇਆ ਦੇ ਬੰਧਨ ਜਿਹੜੇ ਹੈਗੇ ਇਹ ਮੋਹ ਮਾਇਆ ਦੇ ਟੁੱਟ ਜਾਂਦੇ ਆ। ਹਰ ਕਿਰਪਾ ਤੇ ਹੋਆ ਹਰ ਭਗਤ। ਦੇਖੋ ਆਖਰੀ ਲਾਈਨ ਬਹੁਤ ਤਗੜੀ ਲਾਈਨ ਆ। ਕਹਿੰਦੇ ਭਗਤ ਜਿਹੜਾ ਬਣਦਾ ਹੈ ਕਿਵੇਂ ਬਣਦਾ ਹੈ? ਕਹਿੰਦੇ ਉਹ ਮਾਲਕ ਪਰਮਾਤਮਾ ਦੀ ਕਿਰਪਾ ਤੋਂ ਭਗਤ ਬਣਦਾ ਹੈ। ਆਪਾਂ ਨੇ ਮਾਲਕ ਦੀ ਕਿਰਪਾ ਲੈਣੀ ਹੈ, ਔਰ ਮਾਲਕ ਦੀ ਕਿਰਪਾ ਮਿਲਦੀ ਹੈ ਜੇ ਆਪਾਂ ਭਗਤੀ ਕਰਨ ਨੂੰ ਰੈਡੀ ਹੈਗੇ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕੈ ਮੂੰਹ ਡਿਠੈ, ਜਗਤ ਤਰਿਆ ਸਭ ਲੋੜੀਏ। ਕਹਿੰਦੇ ਸਾਰੇ ਸੰਸਾਰ ਜਿਹੜਾ ਹੈਗਾ ਇਹਦੇ ਵਿੱਚੋਂ ਜਿਹੜਾ ਵੀ ਤਰੂਗਾ ਪਾਏ, ਜਿਹੜਾ ਵੀ ਮੁਕਤ ਹੋਊਗਾ ਉਹ ਭਗਤ ਜਨਾਂ ਦੀ ਸੰਗਤ ਕਰਕੇ ਹੀ ਮੁਕਤ ਹੋਊਗਾ। ਇਹ ਮਾਲਕ ਪਰਮਾਤਮਾ ਦਾ ਨਿਯਮ ਹੈਗਾ ਭਾਈ। ਹਰ ਭਗਤ ਜਨਾ ਕੇ ਮੂੰਹ ਡਿਠੈ, ਜਗਤ ਤਰਿਆ ਸਭ ਲੋੜੀਏ। ਕਹਿੰਦੇ ਸਾਰਾ ਜਗਤ ਭਗਤ ਜਨਾਂ ਦੇ ਮੂੰਹ ਡਿਠੇ ਮਤਲਬ ਉਹਨਾਂ ਦੇ ਨਾਲ, ਉਹਨਾਂ ਦੀ ਸੰਗਤ ਕਰਨ ਦੇ ਨਾਲ, ਉਹਨਾਂ ਦੀ ਗੱਲ ਮੰਨਣ ਦੇ ਨਾਲ ਹੀ ਜਗਤ ਸਾਰਾ ਜਿਹੜਾ ਹੈਗਾ ਤਰ ਸਕਦਾ ਹੈ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਲਾਸਟ ਦੇ ਦੋ ਤੁਕਾਂ ਦੀ ਆਪਾਂ ਵਿਆਖਿਆ ਕਰਾਂਗੇ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਏ। ਜਿਹਨੇ ਰੱਬ ਨੂੰ ਤੇ ਆਇਆ ਕਹਿੰਦੇ ਦੁੱਖ ਵੀ ਉਹਦੇ ਦੂਰ ਹੋ ਗਏ, ਉਹਦੀ ਭੁੱਖ ਵੀ ਖਤਮ ਹੋ ਗਈ, ਰੋਗ ਵੀ ਬੰਧਨ ਵੀ ਟੁੱਟ ਗਏ, ਰੋਗ ਵੀ ਗਏ, ਰੋਗਾਂ ਤੋਂ ਮੁਕਤੀ ਮਿਲ ਗਈ। ਹਰ ਕਿਰਪਾ ਤੇ ਹੋਆ ਹਰ ਭਗਤ, ਉਹਦੀ ਕਿਰਪਾ ਦੇ ਨਾਲ ਹੀ ਭਗਤ ਬਣਦੇ ਆ। ਹਾਂ ਉਹਦੀ ਕਿਰਪਾ ਹੀ ਹੋਏਗੀ, ਭਗਤੀ ਵੀ ਉਹਦੀ ਹੈ ਨਾ। ਉਹ ਸਾਡੇ ਤੇ ਮਿਹਰ ਕਰ ਰਿਹਾ ਜੀ, ਹੋਰ ਇਸ ਤੋਂ ਵੱਧ ਕੀ ਕਰੇ ਉਹ। ਹੁਣ ਤੇ ਮਾਰਗ ਸਿੱਧਾ ਹੀ ਹੈ, ਆਪਾਂ ਬਸ ਚੱਲਣਾ ਹੀ ਹੈ ਤੇ ਜੋ ਚਾਹੁੰਦਾ ਓਦਾਂ ਕਰਨਾ ਹੈ ਬਸ। ਤੇ ਤਰੀਏ ਫਿਰ ਆਪਾਂ ਜਗਤ ਤੋਂ ਭਵ ਸਾਗਰ ਤੋਂ ਤੈਰ ਜਾਵਾਂਗੇ, ਕਿਉਂਕਿ ਕਿਸ਼ਤੀ 'ਚ ਜਿਹੜੇ ਛੇਕ ਹੀ ਉਹ ਬੰਦ ਕਰਦੇ ਆ। ਹੁਣ ਗੱਲ ਖਤਮ ਹੋ। ਕਬੀਰ ਸਾਹਿਬ ਤੇ ਕਹਿੰਦੇ ਸੀ ਕਿ ਜਿਹੜੀ ਕਿਸ਼ਤੀ 'ਚ ਛੇਕ ਹੈਗੇ ਮੈਂ ਉੱਥੋਂ ਉਤਰ ਗਿਆ। ਮੈਨੂੰ ਪਤਾ ਲੱਗ ਗਿਆ ਇਸ ਬੰਦੇ ਦੀ ਤੇ ਕਿਸ਼ਤੀ 'ਚ ਖੁਦ ਛੇਕ ਹੈਗੇ ਆ, ਇਹਨੇ ਮੈਨੂੰ ਕਿੱਥੋਂ ਗਿਆਨ ਦੇਣਾ। ਕਹਿੰਦੇ ਜਦ ਦੇਖਾ ਬੇੜਾ ਜਰਜਰਾ, ਬੇੜਾ ਕੀ ਉੱਥੇ ਕਿਸ਼ਤੀ 'ਚ ਥੋੜੀ ਬੜੇ ਸੀ ਨਜਰ ਸਾਹਿਬ। ਬਿਲਕੁਲ ਐਸੇ ਲੋਕਾਂ ਦੀ ਸੰਗਤ ਕੀਤੀ ਜਿਹੜੇ ਲੋਕਾਂ ਦੇ ਜੀਵਨ ਹੀ ਉਗਣ ਦੇ ਨਾਲ ਭਰਿਆ। ਉਹ ਖੁਦ ਹੀ ਚਿੱਕੜ 'ਚ ਫਸਿਆ। ਤੁਹਾਨੂੰ ਕਹਿੰਦਾ ਮੈਂ ਚਿੱਕੜ ਤੁਹਾਨੂੰ ਬਾਹਰ ਕੱਢ ਦੂ, ਖੁਦ ਉਹ ਖੂਹ ਦੇ ਵਿੱਚ ਡਿੱਗਿਆ। ਕਹਿੰਦਾ ਤੁਹਾਨੂੰ ਮੈਂ ਬਾਹਰ ਕੱਢ ਦੂ, ਕੋਲਿਆ ਤੂੰ ਪਹਿਲਾਂ ਆਪ ਤੇ ਬਾਹਰ ਆ ਜਾ। ਕਬੀਰ ਸਾਹਿਬ ਕਹਿੰਦੇ ਇਹਦੀ ਸੰਗਤ ਛੱਡ ਦੋ। ਕੱਲ ਵੀ ਗੱਲ ਇਹੋ ਚੱਲੀ ਸੀ। ਉਹ ਕਹਿੰਦੇ ਮੈਂ ਉੱਤਰ ਗਿਓ ਪਚੱਕ, ਮੈਂ ਛਾਲ ਮਾਰੀ, ਮੈਂ ਉੱਥੋਂ ਨਿਕਲ ਗਿਆ। ਹਾਂ ਕਹਿੰਦੇ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹੋ ਫਰਕ ਫਰਕ। ਇੱਕ ਛਣ ਲਾਇਆ, ਮੈਂ ਕਹਿੰਦੇ ਮਿੰਟ ਲਾਇਆ, ਮੈਂ ਨਹੀਂ ਵੇਖਿਆ ਇਹ ਬੇੜਾ ਕਿਹਦਾ ਬਣਿਆ, ਕਿੰਨੇ ਬਣਾਇਆ, ਕਿੱਡਾ ਸੋਹਣਾ, ਕਿੱਡਾ ਵੱਡਾ। ਕਹਿੰਦੇ ਮੈਂ ਨਹੀਂ ਪਰਵਾਹ ਕੀਤੀ, ਮੈਂ ਨਿਕਲ ਗਿਆ। ਮੈਨੂੰ ਪਤਾ ਲੱਗ ਗਿਆ ਇਹ 'ਚ ਛੇਕ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ। ਬਸ ਇਸ ਕਰਕੇ ਇੱਥੇ ਬਹਿਣ ਦਾ ਫਾਇਦਾ ਕੁਛ ਨਹੀਂ। ਇਹ ਤੇ ਆਪ ਡੁੱਬਿਆ, ਇਹਨਾਂ ਪੂਰਾਂ ਦੇ ਪੂਰ ਲੈ ਜਾਣੇ ਨਾਲ ਹੀ। ਛੱਡਦੀ ਗੱਲ। ਅੱਜ ਦੀ ਵਿਚਾਰੇ ਇੱਥੇ ਸਮਾਪਤ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਹਾਂਜੀ, ਕਈ ਵਾਰੀ ਸਖਤ ਬੋਲਣਾ ਪੈਂਦਾ ਹੈ, ਇੱਥੇ ਤੁਹਾਡਾ ਭਲਾ ਹੈ, ਕਿਉਂਕਿ ਬਹੁਤ ਬਹੁਤ ਗਹਿਰੀ ਨੀਂਦ ਹੈ। ਕਦੇ ਬੰਦਾ ਜਦੋਂ ਬਹੁਤ ਗਹਿਰਾ ਸੁੱਤਾ ਹੁੰਦਾ ਨਾ, ਤੁਸੀਂ ਉਹਨੂੰ ਥੋੜਾ ਜਿਹਾ ਹਿਲਾਓਗੇ ਉੱਠਦਾ ਨਹੀਂ, ਉਹਨੂੰ ਝਟਕਾ ਮਾਰਨਾ ਪੈਂਦਾ ਫਿਰ ਉੱਠਦਾ।
ਇਸੇ ਕਰਕੇ ਇਹ ਹੈ ਕਿ ਬਾਣੀ 'ਚ ਵੀ ਬਹੁਤ ਜ਼ਿਆਦਾ ਝਟਕਾ ਮਾਰਦੇ ਨੇ ਗੁਰੂ, ਠਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕੀਪਤਾ ਕੋਈ ਉੱਠ ਜੇ, ਚਰਨਜੀਤ ਵੀ ਉੱਠ ਜੇ, ਕਮ ਸੇ ਕਮ ਤੁਰ ਪਏ ਆਪਣੇ ਰਸਤੇ ਤੇ। ਇਹ ਜਿਹੜਾ ਇੱਥੇ ਬੈੱਡ ਡਾ ਕੇ ਬੈਠਾ ਹੈ, ਇਹਨੂੰ ਗਿਆਨ ਨਹੀਂ, ਤੂੰ ਗਲਤ ਜਗ੍ਹਾ ਤੇ ਬੈੱਡ ਡਾਇਆ, ਤੂੰ ਤੇ ਯਾਤਰਾ ਬੰਦ ਕਰਕੇ ਬੈਠਾ ਹੈ ਨਿੱਜਰ ਸਾਹਿਬ। ਤੂੰ ਭੋਗਾ ਚ ਬਹਿ ਗਿਆ, ਤੂੰ ਆਲਰੇਡੀ ਯਾਤਰਾ ਤੇ ਉੱਤੇ ਆਇਆ, ਤੇ ਹੁਣ ਤੇ ਇਹ ਸਫ਼ਰ ਕਰ ਲਾ ਕਵਰ। ਕੋਈ ਤੁਸੀਂ ਕੰਮ ਕਰਨਾ ਹੋਵੇ, ਉਧਰ ਰਾਤ ਪੈਣ ਵਾਲੀ ਹੋਵੇ ਤੇ ਸ਼ਾਮ ਦਾ ਟਾਈਮ ਹੋਵੇ ਖਤਮ, ਉਸ ਤੋਂ ਬਾਅਦ ਕਹਿ ਦੋ ਕਿ ਭਈਆ ਇਸ ਤੋਂ ਬਾਅਦ ਤੁਸੀਂ ਨਹੀਂ ਕੰਮ ਕਰ ਸਕਦੇ, ਤੇ ਤੁਸੀਂ ਇੱਥੇ ਲੰਮੇ ਪਏ ਹੋ, ਤੇ ਕਿੰਨੀ ਕੁ ਸਿਆਣ ਵਾਲਾ ਕੰਮ ਹੈ ਨਿੱਜਰ ਸਾਹਿਬ। ਬਿਲਕੁਲ ਉਹ ਚੀਜ਼ ਮਾੜੀ ਬਾਣੀ ਇਹੋ ਕਹਿ ਰਹੀ, ਕੇਵਲ ਇੰਨਾ ਸਮਝਾ ਰਹੀ। ਅੱਜ ਦੀ ਵਿਚਾਰ ਇੱਥੇ ਸਮਾਪਤ ਜੀ। ਅਰਦਾਸਾਂ ਕਰਨੀਆਂ ਨੇ ਦੋ ਤਿੰਨ। ਹਾਂਜੀ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਨਿਦਾਨ ਬੱਚੇ ਸਭ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸੰਗਤ ਦੇ ਹਿਰਦੇ ਚ ਵਸਾਉਣਾ। ਮੇਰੇ ਪਿਤਾ ਅਰਦਾਸਾਂ ਨੇ, ਇੱਕ ਅਰਦਾਸ ਹੈ, ਇੱਕ ਪਿਓ ਆਪਣੇ ਬੱਚੇ ਦੀ ਅਰਦਾਸ ਕਰਾ ਰਿਹਾ, ਕਹਿੰਦਾ ਕਿ ਬੱਚਾ ਜਿੱਦ ਬਹੁਤ ਕਰ ਰਿਹਾ, ਆਪ ਉਹਨਾਂ ਨੂੰ ਸਮੱਤ ਬਖਸ਼ੋ, ਇਸ ਸੁਭਾਅ ਤੋਂ ਉਹਨਾਂ ਨੂੰ ਮੁਕਤੀ ਦਿਓ। ਮੇਰੇ ਪਿਤਾ ਇੱਕ ਹੋਰ ਅਰਦਾਸ ਹੈ, ਇੱਕ ਸੱਸ ਆਪਣੇ ਨੌਂ ਦੇ ਲਈ ਅਰਦਾਸ ਕਰਦੀ ਹੈ ਕਿ ਨੌਂ ਜਿਹੜੀ ਹੈ ਉਹਦੀ ਇੱਜ਼ਤ ਨਹੀਂ ਕਰਦੀ, ਗਲਤ ਬੋਲਦੀ ਹੈ, ਮਾੜਾ ਚੰਗਾ ਬੋਲਦੀ ਹੈ, ਆਪ ਉਹਨਾਂ ਨੂੰ ਸਮੱਤ ਬਖਸ਼ੋ ਮੇਰੇ ਪਿਤਾ। ਇੱਕ ਹੋਰ ਅਰਦਾਸ ਹੈ ਮੇਰੇ ਪਿਤਾ, ਇੱਕ ਸਾਧਕ ਨੇ, ਉਹ ਕਹਿੰਦੇ ਨੇ ਕਿ ਮਨ ਨਹੀਂ ਲੱਗਦਾ ਪਿਆ, ਉਹ ਕਹਿੰਦੇ ਕਿ ਆਪ ਮਿਹਰ ਕਰੋ, ਨਾਮਦਾਨ ਬਖਸ਼ੋ, ਮਨ ਲੱਗ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤਾਂ ਸੰਗੀਤ ਦੀ ਚੁੱਪ ਜੋ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ